ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਨਾ ਹਉ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰੱਖੋ ਸਰਮਾ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰੱਖੋ ਸਰਮਾ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ आप लेहो तुम कथा सुधारी हम ना सकत कर सिफत तुम्हारी आप लेहो तुम कथा सुधारी श्री वाहिगुरु साहिब जी आसा महला पंजवा आपे पेड़ आप विस्थाई आपे पेड़ विस्थाई साग अपनी खेती आपे राख
ਹਉ ਏਕੈ ਮੋਹੀ ਘਟ ਘਟ ਅੰਤਰ ਆਪੇ ਸੋਈ ਆਪੇ ਪੇੜ ਵਿਸਥਾਰੀ ਸਾਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਸ਼ਰਧਾ ਭਾਵਨਾ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਪਜੀ ਸਾਹਿਬ ਪਾਵਨ ਗੁਰਬਾਣੀ ਅੰਦਰ ਜਿੱਥੇ 4 ਪੌੜੀਆਂ ਮੰਨਣ ਦੇ ਪ੍ਰਥਾਏ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀਆਂ ਹਨ, ਹਜ਼ੂਰ ਨੇ ਨਿਧਿਆਸਣ ਦੀ ਪੌੜੀ ਉਚਾਰਨ ਕੀਤੀ ਹੈ। ਉੱਥੇ ਸਭ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਨੇ ਸੁਣਨ ਦੀਆਂ 4 ਪੌੜੀਆਂ ਉਚਾਰਨ ਕੀਤੀਆਂ ਹਨ। ਸੁਣਨਾ ਪਹਿਲਾਂ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ, ਜਦੋਂ ਤੱਕ ਮਨੁੱਖ ਜੀਵਨ ਦੇ ਵਿੱਚ ਸੁਣਦਾ ਨਹੀਂ ਉਹ ਮੰਨ ਵੀ ਨਹੀਂ ਸਕਦਾ। ਜੇ ਜੀਵਨ ਦੇ ਅੰਦਰ ਮੰਨਦਾ ਨਹੀਂ ਹੈ ਫਿਰ ਕਮਾਈ ਵੀ ਨਹੀਂ ਕਰ ਸਕਦਾ। ਇਹ ਸੁਭਾਵਿਕ ਹੈ, ਜਿਨ੍ਹਾਂ ਨੇ ਸੁਣਿਆ ਪਿਆਰ ਦੇ ਨਾਲ ਫਿਰ ਸਤ ਕਰਕੇ ਹਿਰਦੇ ਕਰਕੇ ਮੰਨਿਆ, ਮੰਨ ਕੇ ਫਿਰ ਜੀਵਨ ਦੇ ਵਿੱਚ ਉਹਦਾ ਅਭਿਆਸ ਕੀਤਾ, ਆਪ ਜੀਵਨ ਦੇ ਵਿੱਚ ਆਪਣੀ ਜ਼ਿੰਦਗੀ ਵਿੱਚ ਉਹਦਾ ਪ੍ਰੈਕਟੀਕਲ ਕੀਤਾ ਹੈ। ਪਰ ਪ੍ਰਥਮ ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਸੁਣਨਾ ਪੈਂਦਾ ਹੈ। ਹਜ਼ੂਰ ਨੇ ਸੁਣਨ ਦਾ ਸਗੋਂ ਬਹੁਤ ਵੱਡਾ ਮਹਾਤਮ ਕਥਨ ਕੀਤਾ ਹੈ। ਵੇਦਾਂਤ ਦੇ ਵਚਨਾਂ ਅਨੁਸਾਰ, ਵਿਦਵਾਨ ਪੁਰਖਾਂ ਦੇ ਅਨੁਸਾਰ ਵੀ ਸਾਧ ਸੰਗਤ ਜੀ ਸੁਣਨ ਦੀ ਜਿਹੜੀ ਭਗਤੀ ਸਭ ਤੋਂ ਉੱਤਮ ਮੰਨੀ ਗਈ ਹੈ। ਸ਼੍ਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਾਸ ਸਖਾਪਨ ਬੰਦਨਾ ਸਰਬ ਨਿਵੇਦਨ ਜਾਨ। 9 ਪ੍ਰਕਾਰ ਦੀ ਭਗਤੀ ਜਿਹਨੂੰ ਨਵਦਾ ਭਗਤੀ ਕਿਹਾ ਜਾਂਦਾ ਹੈ। ਇਹ ਨਵਦਾ ਭਗਤੀ ਦੇ ਵਿੱਚ ਵੀ ਸਭ ਤੋਂ ਪਹਿਲਾਂ ਸੁਣਨ ਦਾ ਹੀ ਕਥਨ ਕੀਤਾ। ਸੁਣਨ ਬਾਰੇ ਹੀ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਉਚਾਰਨ ਕੀਤਾ ਗਿਆ ਹੈ। ਸੁਣਨ ਦਾ ਹੀ ਸਭ ਤੋਂ ਪਹਿਲਾਂ ਮਹਾਤਮ ਕਿਹਾ ਗਿਆ ਹੈ। ਔਰ ਹਜ਼ੂਰ ਗੁਰਬਾਣੀ ਅੰਦਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਪ੍ਰਥਮ ਸੁਣਨ ਦਾ ਹੀ ਮਹਾਤਮ ਦੱਸਦੇ ਹਨ। ਹੇ ਜੀਵ, ਜੇ ਪਿਆਰ ਭਾਵਨਾ ਦੇ ਨਾਲ, ਸ਼ਰਧਾ ਵਿਸ਼ਵਾਸ ਰੂਪ ਕਰਨਾ ਦੇ ਨਾਲ ਸਤਿਗੁਰੂ ਜੀ ਦਾ ਜਸ ਸੁਣੇਗਾ ਫਿਰ ਬੜਾ ਪਰਮ ਮਹਾਤਮ ਪ੍ਰਾਪਤ ਹੋਵੇਗਾ। ਸਾਧ ਸੰਗਤ ਜੀ, ਰਸਨਾ ਤੋਂ ਜਾਪ ਕਰਨਾ ਜਾਂ ਗੁਰਬਾਣੀ ਪੜ੍ਹਨੀ ਇਹਦਾ ਵੀ ਕੋਈ ਥੋੜਾ ਮਹਾਤਮ ਨਹੀਂ ਹੈ, ਬਹੁਤ ਵੱਡਾ ਮਹਾਤਮ ਹੈ। ਪਰ ਜਿਹੜਾ ਕੰਨਾਂ ਦੇ ਨਾਲ ਮਨ ਦੀ ਇਕਾਗਰਤਾ ਬਣਾ ਕਰਕੇ ਸਰਵਣ ਕਰਨਾ ਹੈ, ਇਹ ਤਾਂ ਬਹੁਤ ਵੱਡਾ ਪਰਮ ਮਹਾਤਮ ਮੰਨਿਆ ਜਾਂਦਾ ਹੈ। ਇਹਦਾ ਕੋਈ ਕਾਰਨ ਹੈ, ਕਿਉਂਕਿ ਰਸਨਾ ਤੋਂ ਅਸੀਂ ਬੋਲਦੇ ਹਾਂ, ਉਹ ਸੁਭਾਵਿਕ ਹੀ ਸਾਨੂੰ ਕੰਠ ਹੋ ਜਾਂਦਾ ਹੈ।
ਹਰ ਰੋਜ਼ ਭਾਵੇਂ ਨਿਤਨੇਮ ਗੁਰਬਾਣੀ ਦਾ ਜਾਪ ਹੈ, ਜਪਜੀ ਸਾਹਿਬ ਪੜ੍ਹਦੇ ਹਾਂ, ਜਾਂ ਚੌਪਈ ਸਾਹਿਬ, ਆਨੰਦ ਸਾਹਿਬ, ਜਾਪ ਸਾਹਿਬ, ਕੋਈ ਵੀ ਬਾਣੀ ਦਾ ਜਾਪ, ਸੁਖਮਨੀ ਸਾਹਿਬ, ਆਸਾ ਕੀ ਵਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਮੁੱਚੀ ਬਾਣੀ, ਕੋਈ ਵੀ ਗੁਰਬਾਣੀ ਦਾ ਕੋਈ ਸ਼ਬਦ ਦਾ ਜਾਪ ਕਰਦੇ ਹਾਂ। ਹਰ ਰੋਜ਼ ਗੁਰਬਾਣੀ ਪੜ੍ਹਨ ਦੇ ਨਾਲ, ਜਾਪ ਕਰਨ ਦੇ ਨਾਲ ਜਦੋਂ ਕੰਠ ਹੋ ਜਾਂਦਾ ਹੈ, ਇਹ ਸੁਭਾਵਿਕ ਹੈ। ਅੱਖਾਂ ਭਾਵੇਂ ਨਾ ਦੇਖਦੀਆਂ ਹੋਣ, ਨੇਤਰਾਂ ਦੇ ਨਾਲ ਭਾਵੇਂ ਦੇਖ ਕਰਕੇ ਨਾ ਪੜ੍ਹ ਰਹੇ ਹੋਈਏ, ਪਰ ਕੰਠ ਹੋਣੇ ਕਰਕੇ ਸੁਭਾਵਿਕ ਹੀ ਉਹ ਸਾਧ ਸੰਗਤ ਜੀ ਪੜ੍ਹਿਆ ਜਾ ਰਿਹਾ ਹੁੰਦਾ ਹੈ। ਗੁਟਕਾ ਸਾਹਿਬ ਭਾਵੇਂ ਕੋਲ ਹੁੰਦਾ, ਪਰ ਧਿਆਨ ਵਿੱਚ ਨਾ ਹੋਣੇ ਕਰਕੇ ਕਈ ਵਾਰ ਉਹ ਕੰਠ ਹੋਣੇ ਕਰਕੇ ਕਿੰਨਾ ਕਿੰਨਾ ਪਾਠ ਉਸੇ ਤਰ੍ਹਾਂ ਹੀ ਪੜ੍ਹਿਆ ਜਾਂਦਾ ਹੈ। ਬਾਅਦ ਵਿੱਚ ਪਤਾ ਚੱਲਦਾ ਕਿ ਕਿੰਨੇ ਅੰਗ ਮੈਂ ਇਸੇ ਤਰ੍ਹਾਂ ਹੀ ਪੜ੍ਹ ਗਿਆ, ਕਿੰਨੇ ਪੱਤਰ ਇਸੇ ਤਰ੍ਹਾਂ ਹੀ ਪੜ੍ਹੇ ਗਏ। ਬਾਅਦ ਵਿੱਚ ਪਤਾ ਲੱਗਦਾ ਜਦੋਂ ਧਿਆਨ ਵਿੱਚ ਟਿਕਦਾ ਹੈ, ਜਦੋਂ ਧਿਆਨ ਵਿੱਚ ਆਉਂਦਾ। ਪਰ ਸਾਧ ਸੰਗਤ ਜੀ, ਜਿਹੜਾ ਸੁਣਨਾ ਹੈ, ਖਿਣ ਮਾਤਰ ਸਮਾਂ ਵੀ ਧਿਆਨ ਇੱਧਰ ਉੱਧਰ ਭਟਕਿਆ ਤੇ ਸੁਣਨ ਵਾਲੀ ਜਿਹੜੀ ਗੱਲ ਹੈ ਨਾ, ਉਹਦੀ ਸਮਝ ਨਹੀਂ ਪੈਂਦੀ। ਇਹ ਸੁਭਾਵਿਕ ਹੈ। ਚਾਰ ਮਨੁੱਖ ਆਪੋ ਵਿੱਚ ਬੈਠ ਕੇ ਕੋਈ ਵਿਚਾਰ ਕਰ ਰਹੇ ਹੋਣ, ਇੱਕ ਮਨੁੱਖ ਸਮਝਾ ਰਿਹਾ ਹੋਵੇ, ਤਿੰਨ ਜਾਣੇ ਬੜੇ ਗੌਰ ਦੇ ਨਾਲ, ਧਿਆਨ ਦੇ ਨਾਲ ਸੁਣ ਰਹੇ ਹੋਣ, ਤੇ ਇੱਕ ਬਾਹਰੋਂ ਕੋਈ ਮਨੁੱਖ ਇੱਕ ਦੇ ਕੰਨ ਵਿੱਚ ਆ ਕੇ ਕੋਈ ਗੱਲ ਸਮਝਾ ਦੇਵੇ, ਕੁਝ ਆ ਕੇ ਕਹਿ ਦਿੰਦਾ, ਤੇ ਉਹਦਾ ਧਿਆਨ ਭਟਕ ਜਾਂਦਾ। ਉਹ ਫਿਰ ਕਹਿੰਦਾ ਕਿ ਭਾਈ ਸਾਹਿਬ ਦੁਬਾਰਾ ਦੁਹਰਾ ਕੇ ਦੱਸੋ। ਕਹਿੰਦੇ ਕਾਰਨ ਕੀ? ਕਹਿੰਦਾ ਜੀ ਮੇਰਾ ਧਿਆਨ ਵਿੱਚ ਨਹੀਂ ਸੀ। ਕੰਨ ਵੀ ਕੋਲ ਹੈ, ਕੰਨਾਂ ਵਿੱਚ ਸੁਣਨ ਦੀ ਸ਼ਕਤੀ ਵੀ ਹੁੰਦੀ ਹੈ, ਫਿਰ ਕੋਲ ਵੀ ਬੈਠੇ ਹੋਏ ਹੈ, ਸਮਝਾਉਣ ਵਾਲਾ ਵੀ ਪਾਸ ਹੀ ਬੈਠਾ ਹੋਇਆ, ਪਰ ਧਿਆਨ ਵਿੱਚ ਨਾ ਹੋਣੇ ਕਰਕੇ ਉਹਦੀ ਸਮਝ ਨਹੀਂ ਪੈਂਦੀ। ਇਸ ਲਈ ਸਾਧ ਸੰਗਤ ਜੀ, ਸੁਣਨ ਦਾ ਸਭ ਤੋਂ ਵੱਡਾ ਮਹਾਤਮ ਦੱਸਿਆ ਗਿਆ ਹੈ। ਪੜ੍ਹਨ ਦੇ ਨਾਲੋਂ ਜਿਹੜਾ ਸੁਣਨ ਦਾ ਮਹਾਤਮ ਹੈ, ਕਈ ਗੁਣਾ ਵੱਧ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਹੈ। ਔਰ ਇਸ ਕਰਕੇ ਜਿਹੜਾ ਸੁਣਨਾ ਹੈ, ਇਕਾਗਰਤਾ ਤੋਂ ਬਿਨਾਂ ਸਾਧ ਸੰਗਤ ਜੀ ਕਦੇ ਸੁਣਿਆ ਨਹੀਂ ਜਾ ਸਕਦਾ। ਗਾਉਣ ਦੇ ਨਾਲ ਵੀ ਇਕਾਗਰਤਾ ਚਾਹੀਦੀ ਹੈ, ਪਰ ਸੁਣਨ ਦੇ ਨਾਲ ਕਈ ਗੁਣਾ ਵੱਧ ਇਕਾਗਰਤਾ ਚਾਹੀਦੀ ਹੈ। ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਗੁਰਬਾਣੀ ਵਿੱਚ ਬਾਰ-ਬਾਰ ਸੁਣਨ ਦਾ ਵੀ ਸਾਧ ਸੰਗਤ ਜੀ ਮਹਾਤਮ ਦਰਸਾਇਆ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਸ਼ੁਭ ਅਵਸਰ ਬਖਸ਼ਿਆ। ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਸੁਣਨ ਦਾ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਨੇ ਦਾ, ਜਿੱਥੇ ਇਸ ਭਾਗ ਪ੍ਰਾਪਤ ਹੋਇਆ, ਉੱਥੇ ਨਾਲ ਨਾਲ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਸਰਵਣ ਕਰਨ ਦਾ ਵੀ ਸਾਨੂੰ ਸੁਭਾਗ ਮਿਲਿਆ ਹੈ। ਆਓ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਆਪੇ ਬੇੜ ਵਿਸਥਾਰੀ ਸਾਖ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਸਾ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 387 ਅੰਗ ਤੇ ਪਾਵਨ ਸ਼ਬਦ ਦੀ ਵਿਚਾਰ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅਕਾਲ ਪੁਰਖ ਪ੍ਰਮਾਤਮਾ ਜੀ ਦੀ ਐਸੀ ਸਰਵ ਵਿਆਪਕਤਾ ਹੈ, ਜਿਵੇਂ ਸਾਰੀ ਸ੍ਰਿਸ਼ਟੀ ਦਾ ਮੂਲ ਸਰੂਪ ਪ੍ਰਮਾਤਮਾ ਹੈ। ਹਜ਼ੂਰ ਨੇ ਇੱਕ ਰੁੱਖ ਦੀ ਉਦਾਹਰਣ ਦੇ ਕਰਕੇ ਸਤਿਗੁਰਾਂ ਨੇ ਪ੍ਰਮਾਤਮਾ ਦੀ ਸਰਬ ਵਿਆਪਕਤਾ ਦਰਸਾਈ ਹੈ। ਜਿਵੇਂ ਕੋ ਰੁੱਖ ਦਾ ਮੂਲ ਹੁੰਦਾ ਹੈ ਨਾ, ਜਿਹਨੂੰ ਜੜ ਕਹਿੰਦੇ ਹਾਂ। ਸਾਧ ਸੰਗਤ ਜੀ,
ਇੱਕ ਮੂਲ ਤੋਂ ਅੱਗੇ ਫਿਰ ਸਹਿਜੇ ਸਹਿਜੇ ਸਾਧ ਸੰਗਤ ਜਿਵੇਂ ਟਾਹਣੀਆਂ ਬਣਦੀਆਂ ਨੇ, ਫਿਰ ਪੱਤੇ ਹੁੰਦੇ ਆ, ਫੁੱਲ, ਫਿਰ ਉਹਨਾਂ ਤੋਂ ਫਲ ਬਣਦਾ। ਪਰ ਮੂਲ ਰੂਪ ਦੇ ਵਿੱਚ ਤਾਂ ਉਹ ਰੁੱਖ ਹੀ ਹੈ ਨਾ। ਰੁੱਖ ਤੋਂ ਬਿਨਾਂ ਨਾ ਟਾਹਣੀਆਂ ਬਣਦੀਆਂ ਨੇ, ਨਾ ਪੱਤੇ ਬਣਦੇ ਹਨ, ਨਾ ਫੁੱਲ ਅਤੇ ਨਾ ਹੀ ਫਲ ਬਣਦਾ ਹੈ। ਆਪਣੇ ਆਪ ਦੇ ਵਿੱਚ ਉਹਨਾਂ ਦਾ ਵਿਸਥਾਰ ਨਹੀਂ ਹੁੰਦਾ। ਪਹਿਲਾਂ ਆਖਰਕਾਰ ਮੂਲ ਰੂਪ ਦੇ ਵਿੱਚ ਰੁੱਖ ਨੂੰ ਜਨਮ ਲੈਣਾ ਪੈਂਦਾ। ਉਹ ਰੁੱਖ ਤੋਂ ਹੀ ਸਾਧ ਸੰਗਤ ਜੀ ਸਾਰਾ ਅੱਗੇ ਫੈਲਾਓ ਬਣਦਾ ਹੈ। ਜਿੰਨਾ ਵੀ ਵਿਸਥਾਰ ਹੁੰਦਾ ਸਭ ਰੁੱਖ ਦੇ ਕਰਕੇ ਹੁੰਦਾ ਹੈ। ਤੇ ਰੁੱਖ ਵੀ ਤਾਂ ਹੈ ਜੇ ਮੂਲ ਰੂਪ ਹੈ। ਔਰ ਇਸ ਪ੍ਰਕਾਰ ਹਜੂਰ ਨੇ ਉਦਾਹਰਨ ਦੇ ਕਰਕੇ ਬਖਸ਼ਿਸ਼ ਕੀਤੀ ਹੈ। ਆਪੇ ਪੇੜ ਵਿਸਥਾਰੀ ਸਾਖ। ਪੇੜ ਕਹਿੰਦੇ ਨੇ ਰੁੱਖ ਨੂੰ, ਕਹਿੰਦੇ ਦਰਖਤ ਰੂਪ ਰੁੱਖ ਰੂਪ ਪਰਮੇਸ਼ਰ ਆਪ ਹੈ। ਤੇ ਜਿੰਨੀਆਂ ਵੀ ਸ਼ਾਖਾਵਾਂ ਸੰਸਾਰ ਦੇ ਤਿੰਨਾਂ ਗੁਣਾ ਰੂਪੀ ਸ਼ਾਖਾਵਾਂ ਪਰਮਾਤਮਾ ਵੀ ਆਪ ਹੀ ਵਰਤ ਰਿਹਾ ਹੈ। ਤਿੰਨਾਂ ਗੁਣਾਂ ਵਿੱਚ ਪੈਦਾ ਕੀਤੇ ਹੋਏ ਜੀਵ ਜੰਤੂਆਂ ਰੂਪ ਸ਼ਾਖਾਵਾਂ ਵੀ ਪਰਮੇਸ਼ਰ ਆਪ ਹੈ। ਜਾਂ ਫਿਰ ਸਾਖ ਜਿਹੜੀਆਂ ਤਿੰਨ ਸ਼ਾਖਾਵਾਂ, ਤਿੰਨ ਸ਼ਕਤੀਆਂ ਹਨ, ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵ ਜੀ ਹੈ। ਇਹ ਤਿੰਨ ਸ਼ਕਤੀਆਂ ਰੂਪੀ ਸ਼ਾਖਾਵਾਂ ਵੀ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ। ਗਰੀਬ ਨਵਾਜ ਹਜੂਰ ਕਹਿੰਦੇ ਐਸਾ ਪਰਮਾਤਮਾ ਦਾ ਫੈਲਾਓ ਹੈ। 18 ਭਾਰ ਜੋ ਬਨਸਪਤ ਹੈ, ਹਰ ਇੱਕ ਕਣ ਕਣ ਦੇ ਵਿੱਚ, ਹਰ ਇੱਕ ਰੁੱਖ ਰੁੱਖ ਦੇ ਅੰਦਰ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਵਿਆਪਕ ਹੋ ਰਿਹਾ ਹੈ। ਪਰ ਸਾਧ ਸੰਗਤ ਜੀ ਇਸ ਤੱਤ ਨੂੰ ਸਮਝਣਾ ਬ੍ਰਹਮ ਬੇਤਿਆਂ ਦੇ ਹਿੱਸੇ ਆਇਆ ਹੈ। ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ ਪਰਮੇਸ਼ਰ ਦੇ ਪਿਆਰਿਆਂ ਦੇ ਭਗਤ ਜਨਾਂ ਦੇ ਹਿੱਸੇ ਆਇਆ ਹੈ। ਭਗਤ ਨਾਮਦੇਵ ਜੀ ਦੇ ਜੀਵਨ ਦੇ ਅੰਦਰ ਇੱਕ ਬਹੁਤ ਪਿਆਰੀ ਗਾਥਾ ਹੈ। ਜਿਸ ਸਮੇਂ ਦਵਾਰਕਾ ਦੇ ਵਿੱਚ ਗਏ ਸਨ ਭਗਤ ਨਾਮਦੇਵ ਜੀ, ਜਦੋਂ ਵਾਪਸ ਆਏ ਤੇ ਸਾਧ ਸੰਗਤ ਜੀ, ਉਸ ਸਮੇਂ ਦੇ ਬਾਦਸ਼ਾਹ ਨੇ ਆਪਣਾ ਮਹੱਲ ਉਚਾਰਨ ਦੇ ਵਾਸਤੇ ਭਗਤ ਨਾਮਦੇਵ ਜੀ ਦੀ ਛੋਟੀ ਜਿਹੀ ਛਾਪਰੀ ਸੀ ਉਹਨੂੰ ਢਾਹ ਦਿੱਤਾ। ਤੇ ਉੱਥੇ ਤਿਕੋਣਾ ਬਣਦਾ ਸੀ, ਸਿੱਧਾ ਕਰਨ ਦੇ ਵਾਸਤੇ ਮਹੱਲ ਨੂੰ ਉਸਾਰਨ ਦੇ ਲਈ ਭਗਤ ਨਾਮਦੇਵ ਜੀ ਦੀ ਬਣੀ ਉਹ ਛੋਟੀ ਜਿਹੀ ਛਾਪਰੀ ਉਹ ਢਾਹ ਦਿੱਤੀ ਸੀ। ਜਦੋਂ ਆਏ ਤੇ ਦੇਖਿਆ ਕਿ ਸਾਡੀ ਛਾਪਰੀ ਕਿੱਥੇ ਚਲੀ ਗਈ, ਬੜਾ ਮਨ ਦੇ ਵਿੱਚ ਖਫਾ ਹੋਏ। ਲੋਕਾਂ ਨੇ ਦੱਸਿਆ ਕਿ ਬਾਦਸ਼ਾਹ ਨੇ ਢਾਹ ਦਿੱਤੀ ਹੈ, ਉਹਦਾ ਮਹੱਲ ਜਿਹੜਾ ਤਿਕੋਣਾ ਬਣਦਾ ਸੀ ਸਿੱਧਾ ਕਰਨ ਦੇ ਵਾਸਤੇ ਤੇਰੀ ਛਾਪਰੀ ਢਾਹ ਦਿੱਤੀ ਹੈ। ਤੇ ਸਾਧ ਸੰਗਤ ਜੀ ਬੜਾ ਮਨ ਦੇ ਵਿੱਚ ਗੁੱਸਾ ਆਇਆ, ਪਰ ਫਿਰ ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਮੰਨਿਆ। ਪਰ ਕਹਿੰਦੇ ਬਾਦਸ਼ਾਹ ਨੂੰ ਪੁੱਛਣਾ ਤੇ ਚਾਹੀਦਾ ਨਾ ਕਿ ਮੇਰਾ ਕਸੂਰ ਕੀ ਹੈ। ਆਪਣਾ ਇੰਨਾ ਵੱਡਾ ਮਹੱਲ ਉਸਾਰਨ ਦੇ ਲਈ ਗਰੀਬ ਦੀ ਛੋਟੀ ਜਿਹੀ ਛਪਰੀ ਢਾਹ ਦਿੱਤੀ ਹੈ। ਰਾਈ ਮਾਤਰ ਥੋੜ੍ਹਾ ਜਿੰਨਾ ਸਮਾਂ ਵੀ, ਥੋੜ੍ਹਾ ਜਿੰਨਾ ਕੋਈ ਸੋਚਿਆ, ਕੋਈ ਵਿਚਾਰਿਆ ਤੱਕ ਵੀ ਨਹੀਂ। ਪੁੱਛਣਾ ਤੇ ਚਾਹੀਦਾ। ਜਦੋਂ ਜਾ ਕੇ ਪੁੱਛਿਆ ਤੇ ਅੱਗੋਂ ਬੜੇ ਹੰਕਾਰ ਦੇ ਨਸ਼ੇ ਵਿੱਚ ਕਹਿੰਦਾ, ਜਾ ਜਿਹਨੂੰ ਬੁਲਾਉਣਾ ਤੂੰ ਬੁਲਾ ਲੈ, ਤੂੰ ਕੀ ਕਰ ਸਕਦਾ, ਮੇਰਾ ਕੁਝ ਵਿਗਾੜ ਨਹੀਂ ਸਕਦਾ। ਤੇ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਕਹਿੰਦੇ, ਮੈਂ ਕੌਣ ਹੁੰਨਾ ਤੇਰਾ ਕੁਝ ਵਿਗਾੜਨ ਵਾਲਾ, ਤੇ ਮੇਰਾ ਹੈ ਕੌਣ ਇਸ ਦੁਨੀਆ ਦੇ ਵਿੱਚ। ਇੱਕ ਪਰਮਾਤਮਾ ਤੋਂ ਬਿਨਾਂ ਮੇਰਾ ਦੂਜਾ ਕੋਈ ਵੀ ਨਹੀਂ ਹੈ। ਇਹ ਬਚਨ ਕਰਕੇ ਉੱਥੋਂ ਚਲੇ ਗਏ। ਤੇ ਸਾਧ ਸੰਗਤ ਜੀ ਪੌੜੀਆਂ ਦੇ ਐਨ ਉੱਪਰਲੇ ਸਿਰੇ ਤੇ ਉਹ ਬਾਦਸ਼ਾਹ ਚੜ੍ਹਿਆ ਹੋਇਆ, ਉੱਪਰੋਂ ਪੈਰ ਖਿਸਕ ਗਿਆ ਤੇ ਮੂੰਹ ਦੇ ਮੂੰਹ ਆ ਕੇ ਧਰਤੀ ਤੇ ਡਿੱਗਾ, ਧੌਣ ਟੁੱਟ ਗਈ, ਉੱਥੇ ਮੌਤ ਹੋ ਗਈ ਸੀ। ਕਹਿਣ ਲੱਗੇ ਕਿ ਸੰਸਾਰ ਦੇ ਅੰਦਰ ਮੇਰੀ ਮੇਰੀ ਕੈਰੋਂ ਕਰਤੇ ਦੁਰਜੋਧਨ ਸਿਪਾਹੀ। ਕਿਹੜੇ ਸੰਸਾਰ ਦੇ ਅੰਦਰ ਕਿੰਨੇ ਕਿੰਨੇ ਮੈਂ ਮੇਰੀ ਕਰਨ ਵਾਲੇ ਹੰਕਾਰੀ ਸੰਸਾਰ ਦੇ ਰਾਜੇ ਮਹਾਰਾਜੇ ਬਾਦਸ਼ਾਹ ਵੀ ਹੋਏ ਹਨ। 12 ਛਤਰ ਜੋ ਜਨ ਛਤਰ ਚਲੈ ਥਾ ਦੇਹੀ ਗਿਰਜ ਨਾ ਖਾਈ। ਪਰ ਉਹਨਾਂ ਦੇ ਹਾਲਾਤ ਕਿੱਦਾਂ ਦੀ ਹਾਲਤ ਬਣਨਾ ਕੀਤੀ ਹੈ। ਤੂੰ ਕਿਉਂ ਐਵੇਂ ਮਨ ਦੇ ਵਿੱਚ ਹੰਕਾਰ ਕਰੀ ਜਾਂਦਾ। ਇਹ ਸਾਰੀ ਸਾਧ ਸੰਗਤ ਜੀ ਵਿਥਿਆ ਤੋਂ ਬਾਅਦ ਭਗਤ ਨਾਮਦੇਵ ਜੀ ਛਪਰੀ ਬਣਾਉਣ ਦੇ ਵਾਸਤੇ, ਕਾਨੇ ਲੈਣ ਦੇ ਵਾਸਤੇ ਬਾਹਰ ਗਏ। ਜਿਵੇਂ ਹੁਣ ਤਾਂ ਬਹੁਤ ਸਾਧ ਸੰਗਤ ਜੀ ਘੱਟ ਦੇਖਣ ਨੂੰ ਮਿਲਦਾ ਹੈ।
नहीं तो पहला नदियां के किनारियां ते नहरां के किनारियां ते सुभाविक ही ये किन्ने किन्ने झुंड बने हुंदे सन। कानियां दे बहुत सारे काने अपने आप ही उग जाते। वो पानी के किनारियां तो कानियां नूं कट करके लिया, फिर उन्हां दी छन बनाउणी। भगत नामदेव जी सवेरे सवेरे गए सन कि इस वास्ते थोड़ा जिहड़ा तरेल हुंदी है कंडे घट लगदे, क्योंकि उन्हां दे बरीक बरीक कंडे हुंदे कांडियां दे नाल। जदों उन्हां नूं हत्थ लाईदा ते कंडे जिहड़े आ हत्थां विच वजदे आ, दर्द हुंदा है। सवेर दा समां जाण के गए ते तरेल पई होई सी उन्हां कानियां दे उपर, हत्थ विच दातरी फड़ी होई, कट्टण लगे ते साध संगत जी तरेल दा जिहड़ा पानी सी झड़िया हत्थां ते पिया, कुछ मूँह ते पिया ते एकदम काने नूं छड्ड दिता। कहण लगे, हे परमात्मा, इस काने दे विच भी परमेश्वर तो आप जोत रूप हो करके बैठा होया। उस काने दे विच भी भगत नामदेव जी ने रब नूं देखिया। फिर कहंदे दातरी दे नाल कट्टण लगे, एकदम दातरी पिछे हटा लई कि जे मैं दातरी दे नाल कटांगा इन्हां नूं दर्द होवेगी, क्योंकि रब इन्हां दे अंदर बैठा होया, इन्हां दे विच भी जान है, परमात्मा इन्हां दे अंदर बैठा है। फिर मन दे अंदर विचार कीती, पहला मैं अपने दातरी मार करके देखदा, जे मैनू दर्द होवेगी तो फिर इन्हां नूं भी दर्द जरूर होनी चाहिदी है, क्योंकि परमात्मा सर्व व्यापक है। साध संगत जी पहला अपने दातरी दे नाल कटिया ते खून वगन लग पिया, खून वगदा गया, उत्थे बेहोश हो करके धरती ते डिग पए। ते फिर की होया, परमात्मा ने आप कारीगर का रूप धारण करके भगत नामदेव जी की छपरी तैयार की, बड़े सोहने ढंग दे नाल। किन्नी सोहने ढंग दे नाल छपरी तैयार हुई होवेगी, जो परमेश्वर ने आप आ करके कारीगर का रूप धारण करके बनाई होवेगी। श्री गुरु ग्रंथ साहिब महाराज हजूर दी पावन बाड़ी अंदर भगत नामदेव जी का शब्द भी है। जदों भगत नामदेव जी की गवांढण पड़ोसन ने पूछया ना, कहन लगे, पाड़ पड़ोसन पूछ ले नामा, का पहचान शवाई हो, तो पह दुगनी मजूरी दहाओ, मोको बेडी देहो बताई हो। ये जो गल बात हुई ने उस गवांढण बीबी दे नाल कि हे नामदेव, इन्नी सोहने ढंग दे नाल छपरी बनवाई है, ये कारीगर कित्थों लिआंदा सी, मैनू भी उहदा पता दस दे। जे मैनू उहदा पता दस दे, मैं तेरे नाल दुगनी मजदूरी दे करके अपनी छपरी बनवा लवांगी। ते कहण लगी, री बाई बेडी देन न जाई, हमारा बेडी प्राण आधारा। इधर दखण दी दिशा विच बेडी कारीगर नूं कहा जाता है। भगत नामदेव जी कहंदे, री बाई, बाई नाम माई दा बीबी नूं कहा जाता है। बेडी देन न जाई, हमारा बेडी प्राण आधारा। जिहड़ा साडा कारीगर है ना, वो सारियां दे प्राणां दा आसरा है। वो कोई दुनियावी कारीगर नहीं है, वो परमेश्वर है, परमात्मा है, अकाल पुरख वाहिगुरु है। जिस परमेश्वर की मैं भगती करदा, उस परमेश्वर ने आप आके मेरी ये छपरी नूं बनाया है। साध संगत जी, उन्हां कानियां दे विच भी रब नूं देखिया, भावें प्रतख जीवां दे विच जिहड़ा कुकर है, कुत्ते दे अंदर भी रब नूं देखिया, पर बनस्पत दे विच भी कण कण दे विच परमेश्वर नूं देखना ये भगतां दे बंदगी करन वालियां दे हिस्से आया है। सतगुरु जी उपदेश बख्शिश करते हैं, हे जीव आपे पेड़ विस्तारी साख, रुख रूप होके परमात्मा आप वरत रहा है। मूल रूप परमेश्वर आप है, ते जिन्ने भी संसार भर दे जीव जंतु हैं, ये सब शाखावां परमेश्वर दियां बनाईयां होईयां ने। भावें कोई रजोगुणी है, तमोगुणी है, चाहे कोई सतोगुणी सुभाਅ दा है, तिन्हां गुणां रूप भी विस्तार परमेश्वर का अपना ही बनाया है। तीन दैवी शक्तियां नूं विस्तार परमेश्वर का बनाया है। अपनी खेती आपे राख, जिन्ने भी संसार के जीवा रूप सृष्टि रूप खेती परमात्मा ने बीजी है, भाव जीवां नूं पैदा किया है, उन्हां दी रखिया परवरिश पालना देख रेख परमेश्वर आप ही कर रहा है।
परमात्मा आप ही संसार दे सृष्टि दे जीवां रूप खेती नूं पैदा करन वाला है, आप ही फिर उन्हां दी देख रेख करन वाला है। जिवें किसान खेती बीजदा है ना, सत संगत जी धरती विच बीज बीजदा है, ਉਹ ਜਦੋਂ ਉਗਦਾ ਹੈ ਫਿਰ ਉਹਦਾ ਦੇਖ ਰੇਖ ਕਰਦਾ ਹੈ, ਸਮੇਂ ਸਿਰ ਪਾਣੀ ਦਿੰਦਾ ਹੈ, ਇਉਂ ਸਾਰੀ ਉਹਦੀ ਪਰਵਰਿਸ਼ ਕਰਦਾ, ਪਾਲਣਾ ਕਰਦਾ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਦੀ ਖੇਤੀ ਸਾਰੀ ਸ੍ਰਿਸ਼ਟੀ ਸੰਸਾਰ ਭਰ ਦੇ ਸਾਰੇ ਜੀਵ ਜੰਤੂ ਹਨ। ਜਿੰਨੇ ਵੀ ਸੰਸਾਰ ਦੇ ਆਕਾਰਾਂ ਦੇ ਬਣੇ ਹੋਏ ਸੰਸਾਰ ਭਰ ਦੇ ਜੀਵ ਹਨ, ਕੋਈ ਛੋਟੇ ਆਕਾਰ ਦਾ ਹੈ, ਕੋਈ ਵੱਡੇ ਆਕਾਰ ਦਾ ਹੈ, पर है सारे दे सारे परमात्मा जी दे पैदा किए हुए। फिर महाराज हजूर ने उच्चारण किया है, अपनी खेती आपे राख, रखिया करन वाला और इस प्रकार परवरिश करन वाला, देख रेख करन वाला, सब जीवां दी संभाल करन वाला ऐसा परमेश्वर आप है। जात कात पेखा एक ओही, महाराज कहते जात कत जिथे किते भी, ਜਾਂ ਫਿਰ ਜਾਤ ਕਤ ਜਦੋਂ ਕਦੇ ਵੀ ਦੇਖਦੇ ਹਾਂ, ਇੱਕ ਹੈ ਉਹੀ ਇੱਕ ਪਰਮਾਤਮਾ ਹੀ ਸਾਨੂੰ ਦਿਸਦਾ ਹੈ। ਉਹੋ ਹੀ ਪਰਮਾਤਮਾ ਦਿਸਦਾ ਹੈ ਜਿਹੜਾ ਮੂਲ ਰੂਪ ਹੈ ਸੰਸਾਰ ਦੇ ਜੀਵਾਂ ਦਾ, ਜੋ ਮੁੱਢ ਰੂਪ ਹੈ, ਜੋ ਅਕਾਲ ਪੁਰਖ ਪਰਮਾਤਮਾ ਸਾਰੀ ਸ੍ਰਿਸ਼ਟੀ ਰੂਪ ਖੇਤੀ ਦੀ ਪਰਵਰਿਸ਼ ਕਰ ਰਿਹਾ ਹੈ, ਜੀਵਾਂ ਨੂੰ ਪੈਦਾ ਕਰਕੇ ਦੇਖ ਰੇਖ ਕਰ ਰਿਹਾ ਹੈ। ਮਹਾਰਾਜ ਕਹਿੰਦੇ ਜਤ ਕਤ ਜਿੱਥੇ ਕਿਤੇ ਵੀ ਦੇਖਦੇ ਹਾਂ, ਇੱਕ ਅਕਾਲ ਪੁਰਖ ਪਰਮਾਤਮਾ ਵੇਖਾਓ, ਇੱਕ ਹੈ ਉਹੀ, ਜਿੱਥੇ ਵੀ ਕਿਤੇ ਦੇਖਦੇ ਇੱਕ ਪਰਮਾਤਮਾ ਹੀ ਸਾਨੂੰ ਦਿਸ ਰਿਹਾ ਹੈ। ਘਟ ਘਟ ਅੰਤਰ ਆਪੇ ਸੋਈ, ਫਿਰ ਹਿਰਦਿਆਂ ਦੇ ਵਿੱਚ ਸੰਸਾਰ ਦੇ ਜੀਵਾਂ ਦੇ ਵਿੱਚ ਇੱਕ ਪਰਮਾਤਮਾ ਆਪ ਹੀ ਵਰਤ ਰਿਹਾ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਪਰ ਇਹ ਨਾਰਾ ਕਿਹਨਾਂ ਨੇ ਲਾਇਆ ਕਿ ਪਰਮਾਤਮਾ ਹਿਰਦਿਆਂ ਵਿੱਚ ਹੈ? ਮਹਾਰਾਜ ਕਹਿੰਦੇ ਸੰਤਾਂ ਮਹਾਂਪੁਰਸ਼ਾਂ ਨੇ, ਸਤਿਪੁਰਸ਼ਾਂ ਨੇ ਇਹ ਨਾਰਾ ਲਾਇਆ, ਸੱਚ ਦਾ ਨਾਰਾ ਲਾਇਆ। ਨਹੀਂ ਤੇ ਸਾਖਤ ਬੰਦਾ ਕਹਿੰਦਾ ਕਿ ਰੱਬ ਹੈ, ਨਹੀਂ ਹੈ। ਸਾਖਤ ਬੰਦਾ, ਸ਼ੰਕਾਵਾਦੀ ਬੰਦਾ, ਸਾਧ ਸੰਗਤ ਜੀ ਸ਼ਰਧਾ ਤੋਂ ਹੀਣਾ ਨੇ, ਸ਼ਰਧਕ ਥੋੜਾ ਕਹਿੰਦਾ ਕਿ ਪਰਮਾਤਮਾ ਹਰ ਹਿਰਦੇ ਅੰਦਰ ਹੈ। ਉਹ ਕਹਿੰਦਾ ਨਾ ਰੱਬ ਕਿਹੜਾ ਹੈਗਾ, ਰੱਬ ਨਾਂ ਦੀ ਚੀਜ਼ ਹੈ ਹੀ ਨਹੀਂ ਸੰਸਾਰ ਦੇ ਅੰਦਰ। ਪਰ ਸ਼ਰਧਾਵਾਨ, ਬੰਦਗੀ ਕਰਨ ਵਾਲੇ, ਨਾਮ ਜਪਣ ਵਾਲਿਆਂ ਨੇ ਸੱਚ ਦਾ ਨਾਰਾ ਲਾਇਆ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਪੁਕਾਰ ਕੇ ਹੋਕਾ ਦੇ ਕਰਕੇ ਸੰਸਾਰ ਦੇ ਲੋਗੋ ਪਰਮਾਤਮਾ ਹਰ ਇੱਕ ਘਟ ਦੇ ਅੰਦਰ ਵਰਤ ਰਿਹਾ ਹੈ। ਪਰਮੇਸ਼ਰ ਸਰਵ ਵਿਆਪਕ ਹੈ। ਪਰਮਾਤਮਾ ਹਰ ਇੱਕ ਹਿਰਦੇ ਦੇ ਅੰਦਰ ਜੋਤ ਰੂਪ ਹੋ ਕੇ ਪ੍ਰਕਾਸ਼ ਕਰ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਜੂਰ ਫਰਮਾਨ ਕਰ ਰਹੇ ਹੈ, ਘਟ ਘਟ ਅੰਤਰ ਆਪੇ ਸੋਈ। ਉਹ ਪਰਮਾਤਮਾ ਸਭ ਹਿਰਦਿਆਂ ਘਟਾ ਰੂਪ ਹੋ ਕੇ ਆਪ ਹੀ ਵਰਤ ਰਿਹਾ ਹੈ। ਵਿਸਰਾਮ ਦੇ ਕੇ ਹਜੂਰ ਫਰਮਾਨ ਕਰਦੇ ਹਨ, ਆਪੇ ਸੂਰ ਕਿਰਨ ਵਿਸਥਾਰ। ਸਤਿਗੁਰੂ ਜੀ ਹੋਰ ਵੀ ਪਰਮਾਤਮਾ ਦੀ ਸਰਬ ਵਿਆਪਕਤਾ ਦਰਸਾਉਂਦੇ ਹਨ ਕਿ ਸੂਰਜ ਰੂਪ ਵੀ ਪਰਮਾਤਮਾ ਆਪ ਹੈ ਤੇ ਕਿਰਨਾਂ ਰੂਪ ਹੋ ਕੇ ਪ੍ਰਕਾਸ਼ ਵਿਸਥਾਰ ਕਰਨ ਵਾਲਾ ਵੀ ਪਰਮਾਤਮਾ ਆਪ ਹੈ। ਗੁਰੂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜੂਰ ਪਰਮਾਤਮਾ ਜੀ ਦੇ ਸਨਮੁਖ ਹੋ ਕਰਕੇ ਨਮਸਕਾਰਾਂ ਦੀ ਬਾਣੀ ਉਚਾਰਨ ਕਰਦੇ ਹੈ। ਜਾਪ ਸਾਹਿਬ ਬਾਣੀ ਨਿਤਨੇਮ ਦੀ ਦੂਜੀ ਬਾਣੀ, ਪ੍ਰਥਮ ਬਾਣੀ ਜਪਦੀ ਸਾਹਿਬ ਅਸੀਂ ਪੜ੍ਹਦੇ ਹਾਂ, ਫਿਰ ਦੂਸਰੇ ਥਾਂ ਤੇ ਜਾਪ ਸਾਹਿਬ ਗੁਰਬਾਣੀ ਦਾ ਪਾਠ ਕਰਦੇ ਹਾਂ। ਜਪਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ ਪਹਿਲੀ ਬਾਣੀ ਹੈ ਤੇ ਜਾਪ ਸਾਹਿਬ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਹੈ। ਹਜੂਰ ਇਹਨੂੰ ਨਮਸਕਾਰਾਂ ਦੀ ਬਾਣੀ ਕਹਿ ਕੇ ਵੀ ਸਾਧ ਸੰਗਤ ਜੀ ਸੰਬੋਧਨ ਕਰਦੇ ਹੈ ਔਰ ਉਚਾਰਦੇ ਹਨ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਇੰਦਰ ਇੰਦਰੇ। ਪਰਮਾਤਮਾ ਹੇ ਵਾਹਿਗੁਰੂ, ਇਹ ਸੂਰਜ ਨੂੰ ਬਲ ਦੇਣ ਵਾਲਾ, ਪ੍ਰਤਾਪ ਦੇਣ ਵਾਲਾ, ਸ਼ਕਤੀ ਦੇਣ ਵਾਲਾ ਪਰਮਾਤਮਾ ਤੂੰ ਆਪ ਹੈ, ਤੈਨੂੰ ਸਾਡੀ ਨਮੋ ਹੈ, ਨਮਸਕਾਰ ਹੈ। ਹੇ ਪਰਮੇਸ਼ਰ, ਆਪ ਜੀ ਦੇ ਚਰਨਾਂ ਤੇ ਸਾਡੀ ਨਮਸਕਾਰ ਹੈ।
ਮਹਾਰਾਜ ਇਹਨਾਂ ਸੂਰਜਾਂ ਨੂੰ ਪ੍ਰਕਾਸ਼ ਦਾ ਬਲ ਦੇਣ ਵਾਲੇ ਆਪ ਹੋ। ਨਮੋ ਚੰਦਰ ਚੰਦਰੇ ਭਾਵੇਂ ਚੰਦਰਮਾ ਹੈ, ਚੰਦਰਮਾ ਨੂੰ ਬਲ ਦੇਣ ਵਾਲੇ ਵੀ ਪਰਮੇਸ਼ਰ ਆਪ ਹੋ। ਔਰ ਹਜੂਰ ਬਖਸ਼ਿਸ਼ ਕਰ ਰਹੇ ਹੈ, ਆਪੇ ਸੂਰ ਕਿਰਨ ਵਿਸਥਾਰ। ਪਰਮਾਤਮਾ ਆਪ ਹੀ ਸੂਰਜ ਰੂਪ ਹੈ ਅਤੇ ਆਪ ਹੀ ਕਿਰਨ ਰੂਪ ਹੋ ਕਰਕੇ ਸੰਸਾਰ ਦੇ ਅੰਦਰ ਕਿਰਨਾਂ ਰੂਪ ਹੋ ਕੇ ਪ੍ਰਕਾਸ਼ ਕਰਦਾ ਪਿਆ ਹੈ, ਅਥਵਾ ਆਪ ਹੀ ਸੂਰਜ ਰੂਪ ਹੋ ਕਰਕੇ ਨਿਰਗੁਣ ਸਰੂਪ ਹੋ ਕੇ ਪਰਮਾਤਮਾ ਵਰਤ ਰਿਹਾ ਹੈ, ਤੇ ਆਪ ਹੀ ਸਰਗੁਣ ਰੂਪੀ ਸੰਸਾਰ ਦੇ ਅੰਦਰ ਕਿਰਨਾਂ ਰੂਪ ਧਾਰਨ ਕੀਤਾ ਹੋਇਆ ਹੈ। ਸਾਧ ਸੰਗਤ ਜੀ, ਜਿਵੇਂ ਬੇਅੰਤ ਹੀ ਕਿਰਨਾਂ ਸੂਰਜ ਦੇ ਵਿੱਚੋਂ ਨਿਕਲਦੀਆਂ, ਉਹਨਾਂ ਦਾ ਪ੍ਰਤੀਬਿੰਬ ਧਰਤੀ ਤੇ ਪੈਂਦਾ ਹੈ, ਪ੍ਰਕਾਸ਼ ਹੁੰਦਾ ਹੈ, ਇਸੇ ਪ੍ਰਕਾਰ ਉਹ ਪਰਮਾਤਮਾ ਹੈ, ਭਾਵੇਂ ਇੱਕੋ ਹੀ ਜੋਤ ਰੂਪ ਹੈ, ਪਰ ਬੇਅੰਤ ਸੰਸਾਰ ਭਰ ਦੇ ਜੀਵਾਂ ਰੂਪ ਹੋ ਕੇ ਪਰਮੇਸ਼ਰ ਵਰਤ ਰਿਹਾ ਹੈ। ਬੇਅੰਤ ਪਰਮਾਤਮਾ ਕਿਰਨਾਂ ਰੂਪ ਪ੍ਰਤੀਬਿੰਬ ਰੂਪ ਹੋ ਕਰਕੇ ਜਗਤ ਅੰਦਰ ਵਿਸਥਾਰ ਕਰ ਰਿਹਾ ਹੈ। ਸੋ ਇਸ ਲਈ ਹਜੂਰ ਨੇ ਉਚਾਰਨ ਕੀਤਾ ਹੈ, ਆਪੇ ਸੂਰ ਕਿਰਨ ਵਿਸਥਾਰ। ਸਾਧ ਸੰਗਤ ਜੀ, ਆਪ ਹੀ ਗਰੀਬ ਨਵਾਜ ਸਤਿਗੁਰੂ ਜੀ ਸੂਰਜ ਰੂਪ ਹੋ ਕਰਕੇ ਪ੍ਰਕਾਸ਼ ਕਰ ਰਹੇ ਹਨ। ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਪੂਰੇ ਸਤਿਗੁਰੂ ਜੀ ਸੰਸਾਰ ਦੇ ਜਗਿਆਸੂਆਂ ਬ੍ਰਹਮ ਵੇਦਿਆਂ ਰੂਪ ਹੋ ਕਰਕੇ ਕਿਰਨਾਂ ਰੂਪ ਹੋ ਕੇ ਸੰਸਾਰ ਦੇ ਅੰਦਰ ਪ੍ਰਕਾਸ਼ ਕਰ ਰਹੇ ਹੈ। ਕਿਰਨਾਂ ਨੂੰ ਸੂਰਜ ਤੋਂ ਪ੍ਰਕਾਸ਼ ਮਿਲਦਾ ਹੈ, ਤੇ ਬੰਦਗੀ ਕਰਨ ਵਾਲੇ ਬ੍ਰਹਮ ਵੇਦਿਆਂ ਗੁਰਮੁਖਾਂ ਨੂੰ, ਭਗਤ ਜਨਾਂ ਨੂੰ, ਸੰਤਾਂ ਮਹਾਂਪੁਰਖਾਂ ਨੂੰ ਜੋ ਕਿਰਨਾਂ ਦੀ ਤਰ੍ਹਾਂ ਸੰਸਾਰ ਦੇ ਅੰਦਰ ਵਿਸਥਾਰ ਪ੍ਰਕਾਸ਼ ਕਰ ਰਹੇ ਹਨ। ਗਰੀਬ ਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੇ ਸਤਿਗੁਰੂ ਜੀ ਸੂਰਜਵਤ ਸਤਿਗੁਰੂ ਜੀ ਤੋਂ ਪ੍ਰਕਾਸ਼ ਲੈ ਕਰਕੇ ਸੰਸਾਰ ਦੇ ਅੱਗੇ ਅੱਗੇ ਪ੍ਰਕਾਸ਼ ਗਿਆਨ ਦਾ ਪ੍ਰਕਾਸ਼ ਵੰਡਦੇ ਹਨ। ਔਰ ਇਸੇ ਤਰ੍ਹਾਂ ਹਜੂਰ ਕਹਿੰਦੇ ਐਸਾ ਉਹ ਪਰਮਾਤਮਾ ਜੀ ਦਾ ਸਵਰੂਪ ਹੈ, ਆਪੇ ਸੂਰ ਕਿਰਨ ਵਿਸਥਾਰ। ਆਪ ਹੀ ਸੂਰਜਵਤ ਨਿਰਗੁਣ ਸਰੂਪ ਹੈ, ਤੇ ਆਪ ਹੀ ਕਿਰਨਾਂ ਮਤ ਨਿਰਾਕਾਰ ਤੇ ਸਾਕਾਰ ਭਾਵ ਸਰਗੁਣ ਸਰੂਪ ਵੀ ਪਰਮੇਸ਼ਰ ਨੇ ਆਪ ਧਾਰਨ ਕੀਤਾ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਸ ਵਾਹਿਗੁਰੂ ਤੋਂ ਬਿਨਾਂ ਮਹਾਰਾਜ ਕਹਿੰਦੇ ਦੂਜਾ ਨਹੀਂ ਸੀ, ਨਾ ਹੈ, ਨਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਸੋਈ ਗੁਪਤ ਸੋਈ ਆਕਾਰ। ਉਹ ਪਰਮਾਤਮਾ ਆਪ ਹੀ ਨਿਰਗੁਣ ਸਰੂਪ ਦੇ ਵਿੱਚ ਗੁਪਤ ਹੈ। ਗੁਪਤ ਕਹੀਏ ਜਿਹੜਾ ਦਿਸਦਾ ਨਹੀਂ ਇਹਨਾਂ ਨੇਤਰਾਂ ਦੇ ਨਾਲ, ਜਿਸ ਨੂੰ ਦੇਖਿਆ ਨਹੀਂ ਜਾ ਸਕਦਾ। ਗੁਪਤ ਰੂਪ ਦੇ ਵਿੱਚ ਪਰਮਾਤਮਾ ਦੇਖਣ ਦਾ ਵਿਸ਼ਾ ਨਹੀਂ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ ਗੁਪਤ ਰੂਪ ਦੇ ਵਿੱਚ ਉਹ ਪਰਮਾਤਮਾ ਸਪਰਸ਼ਤਾ ਦਾ ਵੀ ਵਿਸ਼ਾ ਨਹੀਂ ਹੈ, ਸੁਣਨ ਦਾ ਵੀ ਉਹ ਪਰਮਾਤਮਾ ਵਿਸ਼ਾ ਨਹੀਂ ਹੈ। ਨਿਰਗੁਣ ਸਰੂਪ ਦੇ ਵਿੱਚ ਕੋਈ ਨਾ ਉਹਦਾ ਰੂਪ ਰੇਖ ਰੰਗ ਜਾਤ ਪਾਤ ਚੱਕਰ ਚਿਹਨ ਕੁਝ ਵੀ ਕਥਨ ਕੀਤਾ ਨਹੀਂ ਜਾ ਸਕਦਾ। ਗੁਰੂ ਕਲਗੀਧਰ ਪਿਤਾ ਦਸ਼ਮੇਸ਼ ਪਿਤਾ ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਲਹਿਨ ਜਿਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ, ਅਚਲ ਮੂਰਤ ਅਨਪਾਉ ਪ੍ਰਕਾਸ਼ ਅਮਿਤ ਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ। ਔਰ ਸੁਖਮਨੀ ਸਾਹਿਬ ਵਿੱਚ ਮਹਾਰਾਜ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਪਰਮਾਤਮਾ ਦਾ ਨਿਰਗੁਣ ਸਰੂਪ ਨਿਰਾਕਾਰ ਸਰੂਪ ਦੇ ਵਿੱਚ ਕੁਝ ਕਥਨ ਕੀਤਾ ਹੀ ਨਹੀਂ ਜਾ ਸਕਦਾ। ਜਿਸ ਨੂੰ ਗੁਪਤ ਰੂਪ ਮਹਾਰਾਜ ਕਹਿੰਦੇ, ਗੁਪਤ ਰੂਪ ਹੋ ਕੇ ਵੀ ਪਰਮਾਤਮਾ ਆਪ ਵਰਤ ਰਿਹਾ ਹੈ। ਸੋਈ ਗੁਪਤ ਸੋਈ ਆਕਾਰ। ਤੇ ਉਹ ਗੁਪਤ ਰੂਪ ਨਿਰਾਕਾਰ ਰੂਪ ਜਦੋਂ ਸਾਕਾਰ ਰੂਪ ਹੋ ਕਰਕੇ ਵਰਤਿਆ ਤੇ ਸੰਸਾਰ ਦੇ ਸਾਰੇ ਸ੍ਰਿਸ਼ਟੀ ਦਾ ਆਕਾਰ ਬਣਾ ਦਿੱਤਾ। ਜਿੰਨਾ ਵੀ ਸ੍ਰਿਸ਼ਟੀ ਦਾ ਆਕਾਰ ਹੈ, ਜੋ ਦਿਸੈ ਸੋ ਤੇਰਾ ਰੂਪ। हे ਪ੍ਰਮਾਤਮਾ ਜੀ, ਸਾਰਾ ਆਪ ਜੀ ਦਾ ਹੀ ਰੂਪ ਹੈ। ਇਹ ਸਾਰਾ ਮਹਾਰਾਜ ਤੁਹਾਡਾ ਹੀ ਸਰਗੁਣ ਸਰੂਪ ਧਾਰਨ ਕੀਤਾ ਹੈ। ਜਿੰਨੇ ਵੀ ਸੰਸਾਰ ਦੇ ਜੀਵ ਜੰਤੂ ਦਿਸ ਰਹੇ ਹਨ, ਜਿਨ੍ਹਾਂ ਦੇ ਮਹਾਰਾਜ ਬਾਬਤ ਅਸੀਂ ਸੁਣ ਰਹੇ ਹਾਂ, ਜਿੰਨਾ ਵੀ ਸ੍ਰਿਸ਼ਟੀ ਦਾ ਫੈਲਾਓ ਬਣਿਆ, ਜਿੰਨਾ ਵੀ ਵਿਸਥਾਰ ਹੋਇਆ ਹੈ, हे ਪ੍ਰਮਾਤਮਾ, ਇਹ ਸਾਰੇ ਦਾ ਸਾਰਾ ਵਿਸਥਾਰ ਆਪ ਜੀ ਦਾ ਸਰਗੁਣ ਸਰੂਪ ਧਾਰਨ ਕੀਤਾ ਹੈ। ਔਰ
ਜਿਵੇਂ ਮਹਾਰਾਜ ਜੀ ਦੇ ਬਚਨ ਆਉਂਦੇ ਆ ਨਾ, ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਉ ਨਾ ਬੁੱਝੇ ਗਵਾਰੀ। ਮਹਾਰਾਜ ਤੂੰ ਗੁਪਤ ਰੂਪ ਹੋ ਕਰਕੇ, ਨਿਰਗੁਣ ਸਰੂਪ ਹੋ ਕੇ ਜੀਵਾਂ ਦੇ ਅੰਦਰ ਵਰਤ ਰਿਹਾ ਹੈ। हे ਪ੍ਰਮਾਤਮਾ, ਐਸਾ ਜੋਤ ਰੂਪ ਹੋ ਕੇ ਜੀਵਾਂ ਅੰਦਰ ਵਰਤਦਾ ਹੈ, ਤੇਰਾ ਭਾਉ ਨਾ ਬੁੱਝੇ ਗਵਾਰੀ। ਬੇਸਮਝ ਜਗਤ ਦੇ ਝੱਲੇ ਜੀਵ, ਪਾਗਲ ਜੀਵ ਮਹਾਰਾਜ ਆਪ ਜੀ ਦੇ ਪਿਆਰ ਨੂੰ, ਤੁਹਾਡੇ ਸਰੂਪ ਨੂੰ ਬੁੱਝ ਨਹੀਂ ਸਕਦੇ, ਕਿਉਂਕਿ ਬੇਸਮਝ ਹਨ, ਝੱਲੇ ਹਨ। ਔਰ ਜਿਹੜਾ ਜੀਵ ਝੱਲਾ ਹੁੰਦਾ, ਬੇਸਮਝ ਹੁੰਦਾ, ਉਹਨੂੰ ਸਾਧ ਸੰਗਤ ਦੀ ਜੀਵਨ ਜੁਗਤੀ ਦੀ ਦਾਤ ਨਹੀਂ ਪ੍ਰਾਪਤ ਹੋ ਸਕਦੀ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਸੋਈ ਗੁਪਤ ਸੋਈ ਆਕਾਰ। हे ਜੀਵ, ਨਿਸ਼ਚੈ ਕਰਕੇ ਜਾਣ, ਉਹ ਪ੍ਰਮਾਤਮਾ ਗੁਪਤ ਰੂਪ ਵਿੱਚ ਵੀ ਪਰਮੇਸ਼ਰ ਆਪ ਹੈ, ਨਿਰਗੁਣ ਸਰੂਪ ਹੈ, ਤੇ ਸਾਰਾ ਜਿਹੜਾ ਸਰਗੁਣ ਸਰੂਪ ਆਕਾਰ ਰੂਪ ਵੀ ਪਰਮੇਸ਼ਰ ਆਪ ਹੀ ਹੈ। ਸਰਗੁਣ ਨਿਰਗੁਣ ਥਾਪੈ ਨਾਉ। ਇਹ ਤਾਂ ਕੇਵਲ ਨਾਮ ਹੀ ਸਥਾਪਨ ਕੀਤੇ ਹੋਏ ਹਨ। ਸਰਗੁਣ ਸਰੂਪ ਹੈ, ਨਿਰਗੁਣ ਰੂਪ ਹੈ। ਸਰਗੁਣ ਭਾਵ ਗੁਣਾ ਦੇ ਸਹਿਤ, ਨਿਰਗੁਣ ਭਾਵ ਗੁਣਾ ਤੋਂ ਰਹਿਤ, ਜਿਹਦੇ ਅੰਦਰ ਕੋਈ ਗੁਣ ਨਾ ਹੋਵੇ, ਹੈ ਭਾਵੇਂ ਬੇਅੰਤ ਗੁਣਾਂ ਦਾ ਭੰਡਾਰਾ ਹੈ ਪ੍ਰਮਾਤਮਾ ਦਾ ਸਰੂਪ, ਜਿਨ੍ਹਾਂ ਦਾ ਕੋਈ ਅੰਤ ਨਹੀਂ ਪੈਂਦਾ ਸੰਸਾਰ ਦੇ ਅੰਦਰ। ਪਰ ਮਹਾਰਾਜ ਕਹਿੰਦੇ ਇੱਕ ਪ੍ਰਕਿਰਤੀ ਦੀ ਮਰਜ਼ਾਦਾ ਪਰਮੇਸ਼ਰ ਨੇ ਬਣਾ ਦਿੱਤੀ ਹੈ, ਨਿਰਗੁਣ ਸਰੂਪ ਦੇ ਵਿੱਚ ਕੋਈ ਉਹਦਾ ਗੁਣ ਕਥਨ ਕੀਤਾ ਹੀ ਨਹੀਂ ਜਾ ਸਕਦਾ। ਐਸਾ ਉਹ ਪ੍ਰਮਾਤਮਾ ਹੈ। ਹਜੂਰ ਬਖਸ਼ਿਸ਼ ਕਰ ਰਹੇ ਹਨ, ਸਰਗੁਣ ਨਿਰਗੁਣ ਥਾਪੈ ਨਾਉ। हे ਪ੍ਰਮਾਤਮਾ, ਆਪ ਹੀ ਸੰਸਾਰ ਦੇ ਅੰਦਰ ਸਰਗੁਣ ਤੇ ਨਿਰਗੁਣ ਰੂਪ ਜਿਹੜੇ ਤੁਹਾਡੇ ਨਾਮ ਹੈ ਨਾ, ਆਪ ਨੇ ਸੰਸਾਰ ਦੇ ਅੰਦਰ ਅਸਥਾਪਨ ਕਰ ਦਿੱਤੇ ਹਨ। ਜਗਤ ਅੰਦਰ ਇਹਨਾਂ ਨੂੰ, ਸੰਸਾਰ ਦੇ ਅੰਦਰ ਮਹਾਰਾਜ ਦੋਵਾਂ ਨਾਮਾਂ ਨੂੰ ਆਪ ਜੀ ਨੇ ਪ੍ਰਗਟ ਕਰ ਦਿੱਤਾ ਹੈ, ਉਜਾਗਰ ਕਰ ਦਿੱਤਾ ਹੈ ਕਿ ਨਿਰਗੁਣ ਰੂਪ ਨਿਰਾਕਾਰ ਰੂਪ ਦੇ ਵਿੱਚ ਪਰਮੇਸ਼ਰ ਆਪ ਜੀ ਦਾ ਕੋਈ ਆਕਾਰ, ਕੋਈ ਗੁਣ ਨਹੀਂ ਹੈ, ਤੇ ਸਾਕਾਰ ਰੂਪ ਦੇ ਵਿੱਚ ਮਹਾਰਾਜ ਆਪ ਜੀ ਗੁਣਾ ਦੇ ਸਹਿਤ ਹੋ। ਦੋਹ ਮਿਲ ਏਕੈ ਕੀਨੋ ਠਾਉ। ਇਹਨਾਂ ਦੋਨਾਂ ਨੇ ਮਿਲ ਕਰਕੇ ਇੱਕ ਥਾਂ ਬਣਾਈ ਹੈ। ਨਿਰਗੁਣ ਹੈ ਭਾਵੇਂ ਸਰਗੁਣ ਹੈ ਮਹਾਰਾਜ ਕਹਿੰਦੇ ਇੱਕੋ ਸਰੂਪ ਹੈ। ਜੀਵ ਦੇ ਹਿਰਦੇ ਅੰਦਰ ਜੇ ਇਉਂ ਕਹਿ ਲਓ ਕਿ ਭਾਵੇਂ ਈਸ਼ਰ ਰੂਪ ਹੋ ਕਰਕੇ ਵਰਤ ਰਿਹਾ ਹੈ ਜਾਂ ਫਿਰ ਬ੍ਰਹਮ ਰੂਪ ਹੋ ਕਰਕੇ ਵਰਤ ਰਿਹਾ ਹੈ ਤਾਂ ਇੱਕੋ ਹੀ ਪ੍ਰਮਾਤਮਾ ਦਾ ਰੂਪ ਹੈ। ਜਿਵੇਂ ਹਜੂਰ ਦਾ ਬਚਨ ਆਉਂਦਾ ਹੈ ਨਾ, ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਮਨੁੱਖ ਦੇ ਅੰਦਰ ਜਿਹੜੀ ਦੁਬਿਧਾ ਹੈ, ਇਹਦੇ ਕਰਕੇ ਆਤਮਾ ਤੇ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ ਪਿਆ। ਜੇ ਕਿਤੇ ਜੀਵ ਦੇ ਅੰਦਰ ਦੀ ਦੁਬਿਧਾ ਮਰ ਜਾਵੇ, ਦੋ ਬੇਦਾ ਮਨ ਦੀਆਂ ਮਿਟ ਜਾਣ, ਇੱਕ ਰੂਪ ਹੋ ਜਾਵੇ, ਫਿਰ ਮਹਾਰਾਜ ਕਹਿੰਦੇ ਦੇਰੀ ਨਹੀਂ ਲੱਗਦੀ ਆਤਮਾ ਦੀ ਪਰਮਾਤਮਾ ਨਾਲ ਮਿਲਣੇ ਦੀ। ਇਹ ਫਿਰ ਜਿਹੜਾ ਈਸ਼ਰ ਰੂਪ ਹੈ, ਬ੍ਰਹਮ ਦੇ ਵਿੱਚ ਮਿਲਾਪ ਹੋਣੇ ਦੇ ਵਾਸਤੇ ਫਿਰ ਦੇਰੀ ਕੋਈ ਸਮਾਂ ਨਹੀਂ ਲੱਗਦਾ। ਫਿਰ ਹੈ ਤਾਂ ਇੱਕੋ ਰੂਪ ਹੀ ਹੈ ਉਹ ਪਰਮਾਤਮਾ ਜੀ ਦਾ, ਪਰ ਦੁਬਿਧਾ ਬਣਨੇ ਕਰਕੇ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਸਰੂਪ ਦੀ ਪਹਿਚਾਣ ਨਹੀਂ ਕਰਦਾ। ਅੰਦਰ ਦੁਬਿਧਾ ਹੋਣੇ ਕਰਕੇ ਜਿਹੜਾ ਆਪਣਾ ਵਜੂਦ ਹੈ ਉਹ ਸੰਸਾਰ ਦੇ ਅੰਦਰ ਵੱਖਰਾ ਪ੍ਰਤੀਤ ਕਰੀ ਜਾਂਦਾ ਕਿ ਮੈਂ ਕੁਝ ਹੋਰ ਹਾਂ ਤੇ ਪਰਮਾਤਮਾ ਹੋਰ ਹੈ। ਮੈਂ ਕੁਝ ਹੋਰ ਹਾਂ, ਮੇਰੇ ਸਕੇ ਸੰਬੰਧੀ ਹੋਰ ਹਨ, ਮੈਂ ਕੁਝ ਹੋਰ ਹਾਂ, ਮੇਰੇ ਮਿੱਤਰ ਹੋਰ ਹਨ, ਸੰਸਾਰ ਦੇ ਜੀਵ ਹੋਰ ਹਨ ਤੇ ਮੈਂ ਹੋਰ ਹਾਂ। ਇਹ ਸਾਧ ਸੰਗਤ ਜੀ ਦੁਬਿਧਾ ਹੈ, ਇਹ ਹੰਕਾਰ ਹੈ ਕਿ ਮੇਰੇ ਵਰਗਾ ਕੋਈ ਦੂਜਾ ਨਹੀਂ ਹੈ। ਪਰ ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ, ਹੈ ਅਸਲ ਦੇ ਵਿੱਚ ਜੀਵ ਤੂੰ ਪਰਮਾਤਮਾ ਦਾ ਰੂਪ ਹੈ, ਤੇਰੇ ਅੰਦਰ ਪਰਮੇਸ਼ਰ ਦੇ ਅੰਸ਼ ਹੈ। ਕਹੋ ਨਾਨਕ ਗੁਰ ਬ੍ਰਹਮ ਪਾਉ ਹੋਇਆ। ਪਰ ਸਤਿਗੁਰੂ ਜੀ ਐਸਾ ਪ੍ਰਤੀਤ, ਐਸਾ ਭਰੋਸਾ ਕਿਵੇਂ ਵੱਜਦਾ ਹੈ? ਮਹਾਰਾਜ ਕਹਿੰਦੇ ਜਦੋਂ ਸਿੱਖ ਤੇ ਪੂਰੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਆ, ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰਬਾਨ ਹੋ ਜਾਂਦੇ ਹਨ। ਸਤਿਗੁਰੂ ਜੀ ਹਰ ਪ੍ਰਕਾਰ ਦਾ ਭਰਮ, ਹਰ ਪ੍ਰਕਾਰ ਦਾ ਡਰ ਭੈ ਦੂਰ ਕਰ ਦਿੰਦੇ ਹਨ। ਕਹੋ ਨਾਨਕ ਗੁਰ ਭ੍ਰਮ ਪਾਉ ਖੋਇਆ। ਜਿਨ੍ਹਾਂ ਦਾ ਗਰੀਬ ਨਵਾਜ ਸਤਿਗੁਰੂ ਜੀ ਨੇ ਭੈ ਅਤੇ ਹਰ ਪ੍ਰਕਾਰ ਦਾ ਭਰਮ ਨਾਸ਼ ਕਰ ਦਿੱਤਾ ਹੈ। ਆਨੰਦ ਰੂਪ ਸਭ ਨੈਣ ਅਲੋਇਆ।
ਆਨੰਦ ਰੂਪ ਇੱਕ ਰਾਸ ਰੂਪ ਰਹਿਣ ਵਾਲਾ ਸਭ ਥਾਵਾਂ ਤੇ ਪਰਮਾਤਮਾ ਉਹਨਾਂ ਨੂੰ ਅਲੋਇਆ ਦਿਸਿਆ ਹੈ। ਨੈਣ ਨੇਤਰਾਂ ਦੇ ਨਾਲ ਅਲੋਇਆ ਦਿਸਿਆ ਜਿਨ੍ਹਾਂ ਦਾ ਮਹਾਰਾਜ ਸ਼ਿਵ ਜੀ ਨੇ ਹਰ ਪ੍ਰਕਾਰ ਦਾ ਭੈ ਅਤੇ ਭਰਮ ਨਿਵਰਤ ਕਰ ਦਿੱਤਾ ਹੈ। ਮਤ ਤੇ ਭਰਮ ਰੂਪੀ ਪਰਦਾ ਪੈਣੇ ਕਰਕੇ ਵੀ ਪਰਮਾਤਮਾ ਦਿਸਦਾ ਨਹੀਂ, ਔਰ ਨੇਤਰਾਂ ਵਿੱਚ ਭਰਮ ਰੂਪੀ ਫੋਲੇ ਪੈਣੇ ਕਰਕੇ ਵੀ ਰੱਬ ਦਿਸਦਾ ਨਹੀਂ। ਜਿਵੇਂ ਨੇਤਰ ਹੁੰਦੇ ਆ ਨਾ ਸਾਧ ਸੰਗਤ ਜੀ, ਜਿਨ੍ਹਾਂ ਨੂੰ ਕਹਿ ਦਿੰਦਾ ਕਿ ਤਿਵੇਂ ਸੁਭਾਵਕ ਹੀ ਇਹ ਸਾਡੇ ਪੰਜਾਬ ਦੇ ਇਹ ਬੋਲੀ ਹੈ, ਮਾਝੇ ਦੇ ਇਲਾਕੇ ਵਿੱਚ ਇਹ ਕਿਹਾ ਜਾਂਦਾ ਤੇਰੇ ਡੇਲਿਆਂ ਵਿੱਚ ਫੋਲੇ ਪੈ ਗਏ ਆ, ਤੈਨੂੰ ਦਿਸਦਾ ਨਹੀਂ। ਕਈ ਵਾਰ ਕਿਸੇ ਨੂੰ ਕੋਈ ਨਜ਼ਰਨਾਮਾ ਆਉਂਦਾ ਹੋਵੇ, ਨੇੜੇ ਕੁਝ ਵਸਤੂ ਕੋਈ ਪਦਾਰਥ ਪਿਆ ਹੋਵੇ, ਉਦੋਂ ਬਾਹਰ ਹੋਰ ਪਾਸੇ ਦੇਖੀ ਜਾਂਦਾ ਤੇ ਸੁਭਾਵਕ ਹੀ ਸਾਡੇ ਬਜ਼ੁਰਗ ਕਹਿ ਦਿੰਦੇ ਕਿ ਤੇਰੇ ਡੇਲਿਆਂ 'ਚ ਫੋਲੇ ਪਏ, ਤੈਨੂੰ ਦਿਸਦਾ ਨਹੀਂ। ਇਹ ਸਾਧ ਸੰਗਤ ਜੀ ਇੱਕ ਵਚਨ ਇਸੇ ਤਰ੍ਹਾਂ ਕੀਤਾ ਜਾਂਦਾ ਹੈ। ਤੇ ਮਹਾਰਾਜ ਹਜੂਰ ਕਹਿੰਦੇ ਜਿਸ ਦੇ ਭਰਮ ਰੂਪੀ ਫੋਲੇ ਪੈ ਜਾਂਦੇ ਨੇ, ਜਿਸ ਨੇਤਰਾਂ ਦੇ ਵਿੱਚ, ਉਹਨੂੰ ਵੀ ਰੱਬ ਦਿਸਦਾ ਨਹੀਂ ਹੈ, ਉਹਨੂੰ ਦਿਸਣੋਂ ਹਟ ਜਾਂਦਾ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ, ਆਨੰਦ ਰੂਪ ਸਭ ਨੈਣ ਅਲੋਇਆ। ਕਿਹਨਾਂ ਨੂੰ ਆਨੰਦ ਰੂਪ ਇੱਕ ਰਸ ਪਰਮਾਤਮਾ ਦਿਸਿਆ ਹੈ, ਜਿਨ੍ਹਾਂ ਦਾ ਹਰ ਪ੍ਰਕਾਰ ਦਾ ਭੈ, ਹਰ ਪ੍ਰਕਾਰ ਦਾ ਭਰਮ ਪੂਰੇ ਸਤਿਗੁਰੂ ਜੀ ਨੇ ਨਾਸ਼ ਕਰ ਦਿੱਤਾ ਹੈ। ਆਸਾ ਮਹੱਲਾ ਪੰਜਵਾ। ਉਕਤ ਸਿਆਣਪ ਕਿਛੁ ਨਾ ਜਾਣਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਅਗਲੇ ਸ਼ਬਦ ਅੰਦਰ ਹਜੂਰ ਨਿਮਰਤਾਵਾਨ ਸਿੱਖ ਨੂੰ ਬਣਾਉਣ ਦੇ ਲਈ ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ। ਹਜੂਰ ਨੇ ਬੜੇ ਪਿਆਰ ਦੇ ਨਾਲ ਇਸ ਪਾਵਨ ਸ਼ਬਦ ਦੇ ਅੰਦਰ ਜਗਿਆਸੂ ਮੁਖ ਦੁਆਰਾ ਬੇਨਤੀਆਂ ਕੀਤੀਆਂ ਹਨ ਪ੍ਰਮਾਤਮਾ ਦੇ ਸਨਮੁਖ ਹੋ ਕਰਕੇ, ਹੇ ਪ੍ਰਮਾਤਮਾ ਜੀ, ਉਕਤ ਸਿਆਣਪ ਕਿਛੂ ਨਾ ਜਾਣਾ। ਮਹਾਰਾਜ ਮੈਂ ਕੋਈ ਵੀ ਸਿਆਣਪ ਨਹੀਂ ਜਾਣਦਾ, ਕੋਈ ਵੀ ਮਹਾਰਾਜ ਮੈਂ ਕੋਈ ਵਿਚਾਰ ਚੰਗੀ ਵਿਚਾਰ ਨਹੀਂ ਜਾਣਦਾ, ਕੋਈ ਚਤਰ ਕੋਈ ਚਲਾਕੀ ਮਹਾਰਾਜ, ਕੋਈ ਬਹੁਤੀਆਂ ਸਿਆਣਪਾਂ ਵੀ ਮਹਾਰਾਜ ਮੈਂ ਨਹੀਂ ਜਾਣਦਾ। ਦਿਨ ਰੈਣ ਤੇਰਾ ਨਾਮ ਵਖਾਣਾ। ਪਰ ਮਹਾਰਾਜ ਸੱਚੇ ਪਾਤਸ਼ਾਹ ਦਿਨ ਰੈਣ ਤੇਰਾ ਨਾਮ ਵਖਾਨਾ, ਨੰਨੇ ਨਾਲ ਉਚਾਰਨ ਕਰਨਾ ਹੈ। ਮਹਾਰਾਜ ਕਹਿੰਦੇ ਰਾਤ ਵੀ ਦਿਨੇ ਵੀ ਪਰਮੇਸ਼ਰ ਆਪ ਜੀ ਦਾ ਨਾਮ ਮੈਂ ਜ਼ਰੂਰ ਜਪਦਾ ਰਹਿੰਦਾ ਹਾਂ। ਭਾਵੇਂ ਬਹੁਤੀ ਸਿਆਣਪ ਵਾਲਾ ਮੈਂ ਨਹੀਂ ਹਾਂ, ਮੇਰੇ ਕੋਲ ਬਹੁਤੀਆਂ ਉਗਤੀਆਂ ਜੁਗਤੀਆਂ ਵੀ ਨਹੀਂ ਹਨ, ਪਰ ਜੋ ਸਤਿਗੁਰੂ ਜੀ ਦਾ ਆਦੇਸ਼ ਹੈ ਕਿ ਊਠਤ ਬੈਠਤ ਸੋਵਤ ਨਾਮ, ਊਠਤ ਬੈਠਤ ਸੋਵਤ ਜਾਗਤ ਮਾਰਗ ਚਲਤ ਹਰੇ ਹਰ ਗਾਈਐ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਰਸਤੇ ਤੇ ਚੱਲਦਿਆਂ ਫਿਰਦਿਆਂ ਹਰ ਸਮੇਂ ਮਹਾਰਾਜ ਨਾਮ ਜਪਣਾ। ਜੋ ਸਤਿਗੁਰੂ ਜੀ ਦਾ ਆਦੇਸ਼ ਹੈ ਉਹ ਨਾਮ ਮੈਂ ਜ਼ਰੂਰ ਜਪਦਾ ਰਹਿੰਦਾ ਹਾਂ, ਪਰ ਉਕਤ ਸਿਆਣਪ ਕਛੂ ਨਾ ਮੋਰੀ। ਮਹਾਰਾਜ ਮੇਰੇ ਕੋਲ ਨਾ ਤਾਂ ਕੋਈ ਚਤੁਰ ਚਲਾਕੀਆਂ, ਨਾ ਕੋਈ ਸਿਆਣਪਾਂ, ਨਾ ਕੋਈ ਚੰਗੇ ਵਿਚਾਰ ਹੈ, ਕੋਈ ਉਗਤੀਆਂ ਜੁਗਤੀਆਂ ਵੀ ਮਹਾਰਾਜ ਮੇਰੇ ਪਾਸ ਭਾਵੇਂ ਨਹੀਂ ਹਨ, ਪਰ ਨਾਮ ਆਪ ਜੀ ਦਾ ਮਹਾਰਾਜ ਰਾਤ ਵੀ ਦਿਨੇ ਵੀ ਅਸੀਂ ਜਪਦੇ ਹਾਂ। ਮੈਂ ਨਿਰਗੁਣ ਗੁਣ ਨਾਹੀ ਕੋਈ। हे ਪ੍ਰਮਾਤਮਾ ਅਸੀਂ ਗੁਣਾਂ ਤੋਂ ਹੀਣੇ ਹਾਂ, ਮੈਂ ਨਿਰਗੁਣ। ਮਹਾਰਾਜ ਮੇਰੇ ਅੰਦਰ ਕੋਈ ਵੀ ਸ਼ੁਭ ਗੁਣ ਨਹੀਂ ਹੈ, ਕੇਵਲ ਮਹਾਰਾਜ ਔਗੁਣਾਂ ਦੇ ਨਾਲ ਹੀ ਮੇਰਾ ਹਿਰਦਾ ਭਰਿਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਹਮ ਅਵਗੁਣ ਭਰੇ ਏਕ ਗੁਣ ਨਾਹੀ, ਇੱਕ ਵੀ ਸਾਡੇ ਅੰਦਰ ਸ਼ੁਭ ਗੁਣ ਨਹੀਂ ਹੈ। ਅੰਮ੍ਰਿਤ ਛਾੜ ਬਿਖੈ ਬਿਖ ਖਾਏ, ਜੇ ਸਾਡੇ ਅੰਦਰ ਕੋਈ ਚੰਗਾ ਗੁਣ ਹੋਵੇ ਤੇ ਮਹਾਰਾਜ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਅਸੀਂ ਕਿਉਂ ਖਾਂਦੇ ਫਿਰੀਏ। ਮਹਾਰਾਜ ਸ਼ੁਭ ਗੁਣਾਂ ਤੋਂ ਰਹਿਤ ਹੋਣੇ ਕਰਕੇ, ਔਗੁਣਾਂ ਨੂੰ ਧਾਰਨ ਕਰਨੇ ਕਰਕੇ ਹੀ ਤਾਂ ਅੰਮ੍ਰਿਤ ਛੱਡ ਕੇ ਤੇ ਜ਼ਹਿਰ ਦੇ ਵਿੱਚ ਹਰ ਸਮੇਂ ਗਲਤਾਨ ਹੋ ਰਹੇ ਹਾਂ। ਅੰਮ੍ਰਿਤ ਭਰੇ ਅਮਰ ਕਰ ਦੇਣ ਵਾਲੇ ਨਾਮ ਨੂੰ ਛੱਡ ਕਰਕੇ ਵੇਖ ਜ਼ਹਿਰ ਦੀ ਤਰ੍ਹਾਂ ਵਿਸ਼ਿਆਂ ਵਿਕਾਰਾਂ ਔਗੁਣਾਂ ਪਾਪ ਕਰਮਾਂ ਦੇ ਅੰਦਰ ਮਹਾਰਾਜ ਬਾਰ-ਬਾਰ ਅਸੀਂ ਗ੍ਰਸੀ ਜਾ ਰਹੇ ਹਾਂ, ਗਲਤਾਨ ਹੋ ਰਹੇ ਹਾਂ, ਕਿਉਂਕਿ ਸਾਡੇ ਅੰਦਰ ਸ਼ੁਭ ਗੁਣ ਨਹੀਂ ਹਨ। ਔਰ ਹਜੂਰ ਬਖਸ਼ਿਸ਼ ਕਰ ਰਹੇ ਹੈ, ਮੈਂ ਨਿਰਗੁਣ ਗੁਣ ਨਾਹੀ ਕੋਏ। ਬੇਨਤੀ ਕਰਨ ਦੀ ਜਾਚ ਦੱਸ ਰਹੇ ਹੈ ਕਿ ਇਹ ਗੁਰਸਿੱਖ ਮਹਾਰਾਜ ਜੀ ਦੀ ਸਨਮੁਖ ਹੋ ਕਰਕੇ ਬੇਨਤੀ ਕਰ, ਮਹਾਰਾਜ ਮੇਰੇ ਅੰਦਰ ਇੱਕ ਵੀ ਸ਼ੁਭ ਗੁਣ ਨਹੀਂ ਹੈ। ਮਹਾਰਾਜ ਔਗੁਣਾਂ ਦੇ ਨਾਲ ਮੈਂ ਭਰਿਆ ਪਿਆ ਹਾਂ।
जेता समुंद सागर नीर भरिया ते औगण हमारे। महाराज जिवें समुंदर दे पानी है ना किन्ना विस्तार हुंदा है, इसी तरह साडा हिरदा औगणा दे नाल भरिया होया है। महाराज आप दया करो, मेहर करो तां असीं भव सागर तो पार हो सकते हाँ। दया करो किछ मेहर उपावहो, डुबदे पत्थर तारे। क्योंकि आप जी पत्थरां नूं भी तारन दे समर्थ हो। प्रभ भावै तां पाथर तरावै। महाराज सानू पत्थरां वर्गे पापे जीवां नूं औगण हारियां नूं आप जी किरपा करके तार देवो, तां ही साडा पार उतारा हो सकदा है। नहीं तां बार बार जम्मण मरण रूपी गोते खांदे रहांगे। मैं निर्गुण गुण नाही कोय। हे परमात्मा साडे अंदर कोई भी शुभ गुण नहीं है, औगणा दे नाल भरे हा। ਕਰਨ ਕਰਾਵਨ ਹਾਰ ਪ੍ਰਭ ਸੋਏ। हे प्रभु अकाल पुरख परमात्मा जी, आप जी सब जीवां दे करन हारे हो। सर्व जीवां दे महाराज उत्पत्ति करन वाले हो। सब जीवां दे सब विधां नूं बनाउण वाले परमेश्वर आप हो। ਰਹਾਉ विश्राम दे के हजूर फरमाउंदे हन। ਮੂਰਖ ਮੁਗਤ ਅਗਿਆਨ ਅਵਿਚਾਰੀ। हे महाराज संसार दी चंगी किरत ना साडे तो करनी आउणी करके जिंदगी प्रतख जीवन दे अंदर भी चंगी किरत सानू नहीं करनी आउंदी, इस करके असीं मूर्ख हाँ। फिर मुग्ध शास्त्र ज्ञान तो हीणे होण करके महाराज असीं बेसमझ हाँ। फिर परमारस दा रस्ते दी ना प्राप्ति होने करके, ना पता होने करके अज्ञानी हाँ। ते महाराज चंगी विचार तो हीणे होण करके अविचारी विचार तो भी असी हीणे हाँ। ਨਾਮ ਤੇਰੇ ਕੀ ਆਸ ਮਨ ਧਾਰੀ। पर एक गल जरूर है परमात्मा जी, आप जी दे नाम दी आसा साने मन करके धारण कीती है। महाराज भावें असी मूर्ख हाँ, महामूर्ख हाँ, अज्ञानी हाँ, चंगी विचार तो हीणे हाँ, पर जो सतगुरु जी का आदेश है ना कि नाम जपना, नाम दी ही आसा धारण करनी, नाम तेरे की आस मन धारी। महाराज आप जी दे नाम दी आसा साने जरूर मन में धारण करके रखी है कि वाहिगुरु का नाम ही साडा संगी साथी है। परमेश्वर का नाम ही साडा सखा मित्र है। परमात्मा का नाम ही सब तो बड़ा शक्तिशाली है। परमेश्वर का नाम ही सब मन दियां तमन्नावां आसावां पूरियां करन वाला है। महाराज भावें चंगे सी ज्ञानवान भी नहीं हाँ, चंगे विचारवान भी नहीं हाँ, बेसमझ हाँ, मूर्ख हाँ, विचार तो हीणे हाँ, पर आप जी दे नाम दी मन विच आसा धारण कीती है। जप तप संजम कर्म ना साधा। जीवन दे अंदर परमेश्वर भावें सी चंगा जाप साधना, फिर तप साधना भी नहीं चंगी करना कीती ते कर्म ना साधा। महाराज चंगे संसार दे अंदर कर्म ਜਾਂ फिर ਜਿਹੜੇ साध संगत जी हिंदू मत अनुसार 6 प्रकार ਦੇ ਜਿਹੜੇ प्रमुख कर्म ਮੰਨੇ ਜਾਂਦੇ ਹਨ। विद्या पढ़नी पढ़ाउणी, दान देना दान लैना, और इस प्रकार संसार के ਜਿਹੜੇ कर्म कांड ਮੰਨੇ ਜਾਂਦੇ ਹਨ। जग करना ते कराउणा, ये 6 प्रकार के कर्म ਹਨ। महाराज इन्हां कर्मां ਨੂੰ भी भावें साधना ਨੂੰ ਅਸੀਂ नहीं साधिया, ना ही महाराज चंगा जप तप साधना कीती है। नाम प्रभु का मन है आराधा। पर मन करके प्रभु दा परमेश्वर दे नाम दा आराधन असीं जरूर कीता है। हे परमात्मा जप तप संयम धर्म ना कमाया, सेवा साध ना जानिया हर आया। ये भी निवृत्ता पूर्वक वचन है सतगुरु अर्जन देव साहिब पातशाह जी का। जप तप संयम धर्म ना कमाया, सेवा साध ना जानिया हर राया। कहो नानक हम नीच कर्मा, शरण परे की रखो शर्मा। महाराज साडे कर्म भी नीच ਹਨ, और इस प्रकार महाराज संसार के अंदर ना जप ना तप साधना कीती है,
ਨਾ ਮਹਾਰਾਜ ਕੋਈ ਸੰਜਮ ਜੀਵਨ ਦੇ ਵਿੱਚ ਧਾਰਨ ਕੀਤਾ ਹੈ, ਨਾ ਭਲੇ ਪੁਰਸ਼ਾਂ ਦੀ ਸੇਵਾ ਜੀਵਨ ਦੇ ਵਿੱਚ ਕਮਾਈ ਹੈ। ਕੁਝ ਵੀ ਸਾਡਾ ਮਹਾਰਾਜ ਚੰਗਾ ਨਹੀਂ ਕੀਤਾ, ਪਰ ਆਪ ਜੀ ਦੀ ਸ਼ਰਨ ਜ਼ਰੂਰ ਅਸਾਂ ਨੇ ਧਾਰਨ ਕਰ ਲਈ ਹੈ। ਇਹ ਭਰੋਸਾ ਹੈ ਕਿ ਆਪ ਮਹਾਰਾਜ ਸਾਨੂੰ ਵਿਚਾਰ ਤੋਂ ਹੀਣਿਆਂ ਨੂੰ, ਮੂਰਖਾਂ ਨੂੰ, ਬੇਸਮਝਾਂ ਨੂੰ, ਅਗਿਆਨੀਆਂ ਨੂੰ ਜ਼ਰੂਰ ਮਹਾਰਾਜ ਆਪਣੇ ਚਰਨਾਂ ਦੇ ਨਾਲ ਜੋੜ ਲਓਗੇ, ਕਿਉਂਕਿ ਹਜੂਰ ਕਹਿੰਦੇ ਨਾਮ ਪ੍ਰਭੂ ਕਾ ਮਨ ਹੈ ਅਰਾਧਾ। ਇਹ ਪਰਮੇਸ਼ਰ ਆਪ ਜੀ ਦੇ ਨਾਮ ਦਾ ਅਰਾਧਨ ਜ਼ਰੂਰ ਅਸੀਂ ਮਨ ਕਰਕੇ ਕੀਤਾ ਹੈ। ਕਿਛੂ ਨਾ ਜਾਣਾ ਮਾਤ ਮੇਰੀ ਥੋਈ। हे ਮਹਾਰਾਜ, ਮੈਂ ਜੀਵਨ ਜੁਗਤੀ ਦੀ ਦਾਤ ਕੁਝ ਵੀ ਜਾਣਦਾ ਨਹੀਂ ਹਾਂ, ਕਿਉਂਕਿ ਮਤ ਮੇਰੀ ਥੋੜੀ, ਮੇਰੀ ਥੋੜੀ ਕੋ ਜਿੰਨੀ ਮਤ ਹੈ। ਔਰ ਪਰਮੇਸ਼ਰ ਆਪ ਜੀ ਦੇ ਗੁਣਾਂ ਦਾ ਵਿਸਥਾਰ ਵੀ ਮੈਂ ਕਿਵੇਂ ਜਾਣ ਸਕਦਾ, ਕਿਉਂਕਿ ਮਤ ਮੇਰੀ ਥੋੜੀ। ਪਰਮੇਸ਼ਰ ਥੋੜੀ ਜਿੰਨੀ, ਨਿੱਕੀ ਕੋ ਜਿੰਨੀ, ਰਾਈ ਕੋ ਮਾਤਰ ਮੇਰੀ ਮਤ ਹੈ। ਜਿਵੇਂ ਇੱਕ ਰੱਤੀ ਹੈ ਤੇ ਸੁਮੇਰ ਪਰਬਤ ਦਾ ਅੰਤ ਥੋੜਾ ਪਾ ਸਕਦੀ ਹੈ। ਥੋੜੀ ਜਿੰਨੀ ਛੋਟੇ ਜਿਹੇ ਆਕਾਰ ਦੀ ਰੱਤੀ ਮਾਤਰ ਕੋਈ ਪਦਾਰਥ, ਕੋਈ ਵਸਤੂ ਹੋਵੇ, ਉਹ ਸੁਮੇਰ ਪਰਬਤ ਦਾ ਵੱਡੇ ਫੈਲਾਅ ਵਾਲੇ ਪਹਾੜ ਦਾ ਅੰਤ ਥੋੜਾ ਪਾ ਸਕਦੀ ਹੈ। ਇਉਂ ਹੀ ਮਹਾਰਾਜ ਸਾਡੀ ਤੁਸ ਜਿੰਨੀ ਮੱਤ ਹੈ, ਥੋੜੀ ਕੁ ਬੁੱਧੀ ਹੈ, ਆਪ ਜੀ ਦੇ ਮਹਾਰਾਜ ਗੁਣਾਂ ਦਾ ਕਿਵੇਂ ਅੰਤ ਪਾ ਸਕਦੀ ਹੈ। ਮਹਾਰਾਜ ਆਪ ਜੀ ਦੇ ਵਿਸਥਾਰ ਦਾ, ਆਪ ਦੇ ਫੈਲਾਅ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਨਾਨਕ ਓਟ ਪ੍ਰਭ ਤੋਰੀ। ਪਰ ਬੇਨਵਤ ਮਹਾਰਾਜ, ਬੇਨ ਵਿਸ਼ੇਸ਼ ਕਰਕੇ ਅਸੀਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਮਹਾਰਾਜ ਆਪ ਜੀ ਦੇ ਓਟ ਆਸਰਾ ਸਾਨੂੰ ਜ਼ਰੂਰ ਧਾਰਨ ਕੀਤਾ ਹੈ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਭਾਵੇਂ ਅਕਲ ਕਰਕੇ, ਬੁੱਧੀ ਕਰਕੇ ਹੈ, ਮਤ ਕਰਕੇ ਹੈ, ਸਭ ਮਹਾਰਾਜ ਆਪ ਜੀ ਦਾ ਹੀ ਆਸਰਾ ਸਾਨੂੰ ਧਾਰਨ ਕੀਤਾ ਹੈ। ਜੇ ਮਹਾਰਾਜ ਤੁਸ਼ ਕੋ ਮਾਤਰ ਜਿੰਨੀ ਮਤ ਹੈ, ਬੁੱਧੀ ਹੈ, ਅਕਲ ਹੈ, ਇਹਦਾ ਵੀ ਮਹਾਰਾਜ ਆਪ ਜੀ ਦਾ ਹੀ ਆਸਰਾ ਹੈ। ਇਹ ਸਾਡੀ ਮਤ ਨੂੰ ਵੀ ਆਪ ਜੀ ਦੇ ਚਰਨਾਂ ਦਾ ਆਸਰਾ ਹੈ। ਮਨ ਹੈ, ਬਾਣੀ ਹੈ, ਸਰੀਰ ਹੈ, ਇਹ ਸਭ ਆਪ ਜੀ ਦੇ ਚਰਨਾਂ ਦਾ ਹੀ ਅਸਾਂ ਨੇ ਆਸਰਾ ਧਾਰਨ ਕੀਤਾ ਹੈ। ਗਰੀਬਨਵਾਦ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਸਾਧ ਸੰਗਤ ਜੀ ਬੇਨਤੀ ਕਰਨ ਦਾ ਢੰਗ ਦੱਸਿਆ ਹੈ ਕਿ हे ਜੀਵ, ਜ਼ਿੰਦਗੀ ਦੇ ਅੰਦਰ ਭਾਵੇਂ ਤੂੰ ਚੰਗਾ ਗਿਆਨਵਾਨ ਵੀ ਹੋ ਜਾਵੇ, ਚੰਗਾ ਵਿਚਾਰਵਾਨ ਵੀ ਬਣ ਜਾਵੇ, ਵੇਦਾਂ ਸ਼ਾਸਤਰਾਂ ਦਾ ਬਗਤਾ, ਵਿਚਾਰਵਾਨ ਵੀ ਚੰਗਾ ਬਣ ਜਾਵੇ, ਫਿਰ ਵੀ ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਨਿਮਾਣਾ ਨਿਤਾਣਾ, ਗਰੀਬ ਦੀ ਤਰ੍ਹਾਂ ਹੋ ਕਰਕੇ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਅਰਦਾਸ ਹਰ ਸਮੇਂ ਜੋਦੜੀ ਕਰਦੇ ਰਹਿਣਾ ਚਾਹੀਦਾ ਹੈ। ਔਰ ਹਜੂਰ ਨੇ ਪਰਮੇਸ਼ਰ ਦੇ ਨਾਮ ਦੀ ਪਰਮ ਵਡਿਆਈ ਦੱਸੀ ਹੈ ਕਿ ਭਾਵੇਂ ਮਹਾਰਾਜ ਅਸੀਂ ਸੰਸਾਰ ਦੇ ਜਪ ਤਪ ਸਾਧਨਾ ਵੀ ਨਹੀਂ ਕਰਦੇ, ਫਿਰ ਸੰਸਾਰ ਦੇ ਚੰਗੇ ਮਹਾਰਾਜ ਜਿਹੜੇ ਕਰਮਕਾਂਡੀ ਲੋਕ, ਉਹਨਾਂ ਦੀ ਤਰ੍ਹਾਂ ਕਰਮਕਾਂਡ ਵੀ ਭਾਵੇਂ ਨਹੀਂ ਕਰਦੇ, ਪਰ ਮਹਾਰਾਜ ਇੱਕ ਗੱਲ ਜ਼ਰੂਰ ਹੈ, ਆਪ ਜੀ ਦੇ ਨਾਮ ਦਾ ਸਾਨੂੰ ਆਸਰਾ ਜ਼ਰੂਰ ਅਸਾਂ ਨੇ ਧਾਰਨ ਕੀਤਾ ਹੈ। ਨਾਮ ਮਹਾਰਾਜ ਜ਼ਰੂਰ ਆਪ ਜੀ ਦੀ ਕਿਰਪਾ ਦੇ ਨਾਲ ਜਪਦੇ ਹਨ। ਤੇ ਫਿਰ ਸਾਧ ਸੰਗਤ ਜੀ ਵਿਸਥਾਰ ਤਦ ਤਾਂ ਫਿਰ ਇਹੋ ਨਿਕਲਦਾ ਹੈ ਨਾ ਕਿ ਜਿੰਨੇ ਵੀ ਸੰਸਾਰ ਦੇ ਜਾਪ ਹਨ, ਜਿੰਨੇ ਵੀ ਪ੍ਰਕਾਰ ਦੇ ਤਪ ਸਾਧਨਾ ਹੈ, ਤਪ ਹਨ, ਜਿੰਨੇ ਵੀ ਪ੍ਰਕਾਰ ਦੇ ਸੰਸਾਰ ਦੇ ਕਰਮ ਕਾਂਡ ਹਨ, ਜਿੰਨੇ ਵੀ ਪ੍ਰਕਾਰ ਦੇ ਸੰਸਾਰ ਦੇ ਸਾਧਨ ਹਨ, ਸਭ ਤੋਂ ਉੱਤਮ ਪਰਮੇਸ਼ਰ ਦਾ ਨਾਮ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਪਰਮਾਤਮਾ ਦਾ ਨਾਮ ਜਪਣਾ ਮਹਾਰਾਜ ਕਹਿੰਦੇ ਸਭ ਤੋਂ ਪਰਮ ਹੈ, ਸਭ ਤੋਂ ਵੱਡਾ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਆਪ ਜੀ ਦਾ ਨਾਮ ਹੈ, ਕਿਉਂਕਿ ਕਿਛੂ ਨਾ ਜਾਣਾ ਮਤ ਮੇਰੀ ਥੋਰੀ, ਬਿਨਵਤ ਨਾਨਕ ਆਸ ਪ੍ਰਭ ਤੋਰੀ। ਮਹਾਰਾਜ ਆਪ ਜੀ ਦੇ ਚਰਨਾਂ ਦੀ ਅਸਾਂ ਨੇ ਆਸ ਧਾਰਨ ਕੀਤੀ ਹੈ। ਮਨ ਬਾਣੀ ਸਰੀਰ ਕਰਕੇ ਤੁਹਾਡੇ ਚਰਨਾਂ ਦਾ ਆਸਰਾ ਹੈ। ਸਤਿਗੁਰੂ ਜੀ ਮਿਹਰ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੀ